हालेलुया। आइए मेरे नाल अपना अपना बाइबल ओपन करिए। संत मत्ती दी अंजील ओदा 19 नंबर अध्याय और ओदा 26 नंबर पंक्ति ਨੂੰ ਅਸੀਂ ਪੜ੍ਹਨਾ ਹੈ और ਤੁਸੀਂ ਸਾਰਿਆਂ ਨੇ ਬੜੇ ਹੀ ਅਦਬ ਦੇ ਨਾਲ ਸੁਣਨਾ ਹੈ। संत मत्ती दी अंजील ओदा 19 नंबर अध्याय और ओदा 26 नंबर। मैं एक सवाल ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ ਸਾਰਿਆਂ ਦੇ ਕੋਲੋਂ कि खुदा दे वचनां ਨੂੰ पूरा करना औखा है कि सौखा है? खुदा दे वचनां ਨੂੰ देखो ਤੁਸੀਂ ਫਸ ਸਕਦੇ, मैं पहला दस दूंगा, सोच समझ के जवाब देना है। खुदा दे वचनां ਨੂੰ पूरा करना औखा है कि सौखा है? ਜਿਹੜੇ ਕਹਿੰਦੇ ਸੌਖਾ ਹੈ ਉਹ ਹੱਥ ਖੜੇ ਕਰਨ, ਮੈਂ ਦੇਖਾਂ। अच्छा, सौखा नहीं है? मैं फिर ਤੁਹਾਨੂੰ टाइम देना है, सोच लो। सौखा है? खुदा दे वचन, खुदा दे हुक्म ਨੂੰ पूरा करना सौखा है कि औखा है? ਜਿਹੜੇ ਕਹਿੰਦੇ ਸੌਖਾ ਹੈ ਹੱਥ ਖੜਾ ਕਰੋ, ਮੈਂ ਦੇਖਾਂ ਕੌਣ ਕੌਣ। करके थोड़ा कर, हाँ यकीन नहीं? जेड़े कहते औखा है वो हाथ खड़े करन जा, हाँ खुदा दी अख देखती है तो मैनू इत्थों पता लग जाना है तुसीं किन्ने क पानी दे विच हैगे। जेड़े कहते खुदा दे हुक्मां नूं मनना औखा है वो हाथ खड़े करन। हुण कमाल दी गल, हां ना सौखे ते हाथ खड़ा होया ते ना औखे ते, हां फिर कहते पादरी साहब सौखे बहुत है, हां तुसीं काम उदां दे करदे आ। मैं दो सवाल रखे तुहाडे अगे, तुसीं दोनां च फस गए। खुदा दे वचन पूरे करने औखे हैं कि सौखे हैं? हाँ यानी कि समझाना पैना, समझाना पैना। समझना चाहते हैं? आज दे वचन का टाइटल भी यही है, वचन पूरा करना औखा नहीं है, नहीं है। ओदे हुक्म नूं मनना औखा नहीं है। मैं साबित करना है बाइबल दे ਤੁਹਾਡੀ ਜਿਹੜੀ ਹੈ ਡਾਊਟ ਹੈ ਨੂੰ ਕਲੀਅਰ ਕਰਨਾ ਹੈ। ਪੜ੍ਹੀਏ ਜਰਾ ਮੇਰੇ ਨਾਲ संत मत्ती दी अंजील ਉਹਦਾ 19 ਨੰਬਰ ਅਧਿਆਇ ਉਹਦਾ 26 ਨੰਬਰ ਪੰਕਤੀ। ਹਾਂਜੀ ਪੜ੍ਹ ਦੀजिए ਜਰਾ। तद यीशु ने उन्हां ਵੱਲ ਵੇਖ ਕੇ ਉਹਨਾਂ ਨੂੰ ਕਿਹਾ, मैं टोटल 5 ਵਰਸਿਸ ਤੁਹਾਨੂੰ ਪੜਾਉਣੀਆਂ ਆ, ਤੁਸੀਂ ਬੜੇ ਅਦਬ ਦੇ ਨਾਲ ਬੈਠੇ ਰਹਿਣਾ ਹੈ। ਹਾਂਜੀ। ਤਦ ਯੀਸ਼ੂ ਨੇ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਕਿਹਾ, ਤਦ ਯਿਸੂ ਨੇ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ, ਇਹ ਮਨੁੱਖ ਤੋਂ ਅਣਹੋਣਾ ਆ, ਪਰ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ। ਪਰ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਜੇ ਤੁਸੀਂ ਕਹੋ ਕਿ ਪਰਮੇਸ਼ਵਰ ਦੇ ਵਚਨਾਂ ਦੇ ਉੱਤੇ ਚੱਲਣਾ ਸੌਖਾ ਆ ਤੇ ਤੁਸੀਂ ਦੇਖ ਸਕਦੇ, ਤੁਸੀਂ ਕਮਜ਼ੋਰ ਕਹਿ ਸਕਦੇ ਆ, ਪਰ ਬਾਈਬਲ ਕਹਿੰਦਾ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ। ਨਾ ਤਾਂ ਬਲ ਦੇ ਨਾਲ ਤੇ ਨਾ ਹੀ ਆਪਣੀ ਤਾਕਤ ਔਰ ਸ਼ਕਤੀ ਦੇ ਨਾਲ, ਕੇਵਲ ਪਵਿੱਤਰ ਆਤਮਾ ਦੇ ਦੁਆਰਾ ਹੋ ਸਕਦਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਿਹਦਾ ਭਰੋਸਾ ਪਰਮੇਸ਼ਵਰ ਦੇ ਉੱਪਰ ਆ ਉਹ ਕਹਿ ਸਕਦਾ ਹੈ ਖੁਦਾ ਦੇ ਵਚਨਾਂ ਦੇ ਉੱਪਰ ਚੱਲਣਾ ਸੌਖਾ ਹੈ, ਖੁਦਾ ਦੇ ਹੁਕਮਾਂ ਨੂੰ ਮੰਨਣਾ ਸੌਖਾ ਹੈ। ਔਰ ਜਿਹਦਾ ਭਰੋਸਾ ਨਹੀਂ ਆ ਉਹ ਅੱਜ ਵੀ ਕਹਿੰਦਾ ਔਖਾ ਆ ਤੇ ਉਹ ਚੱਲ ਵੀ ਨਹੀਂ ਸਕਦਾ, ਉਹ ਪੂਰੇ ਕਰ ਵੀ ਨਹੀਂ ਸਕਦਾ। ਕਿੰਨੇ ਸਮਝ ਪਾ ਰਹੇ ਮੇਰੀ ਗੱਲ? अगर ਤੁਹਾਡਾ ਦੁਨਿਆਵੀ ਮਾਲਕ ਜਿੱਥੇ ਤੁਸੀਂ ਜੌਬ ਕਰਦੇ ਆ, ਅਗਰ ਤੁਹਾਨੂੰ 7 ਵਜੇ ਵੀ ਮਾਰਨਿੰਗ ਚ ਆਉਣ ਦੇ ਲਈ ਕਹਿ ਦੇਵੇ ਤੇ ਤੁਸੀਂ ਉਹਦੇ ਹੁਕਮ ਨੂੰ ਮੰਨੋਗੇ ਕਿ ਨਹੀਂ ਮੰਨੋਗੇ? ਬੋਲੋ। ਤੇ ਜੇ ਪਰਮੇਸ਼ਵਰ ਤੁਹਾਨੂੰ ਇਹ ਵਚਨ ਪੂਰੇ ਕਰਨ ਦੇ ਲਈ ਕਹਿ ਰਹੇ ਆ
ਜਾਂ ਮੰਨਣ ਦੇ ਲਈ ਕਹਿ ਰਹੇ ਹਾਂ ਤੇ ਅਸੀਂ ਡਿਲੇ ਕਿਉਂ ਕਰਦੇ ਪਏ ਹਾਂ? ਅਸੀਂ ਲੇਟ ਕਿਉਂ ਕਰਦੇ ਪਏ ਹਾਂ? ਕਿ ਪਰਮੇਸ਼ਰ ਪੈਸੇ ਨਹੀਂ ਦਿੰਦਾ, ਤਨਖਾਹ ਨਹੀਂ ਦਿੰਦਾ ਤਾਂ ਕਰਕੇ? ਹਾਂ, ਦੁਨਿਆਵੀ ਮਾਲਕ ਪੈਸੇ ਦਿੰਦਾ ਤਾਂ ਉਹਦੀ ਗੱਲ ਮੰਨਦੇ ਆ? ਬੋਲੋ ਹਾਲੇਲੂਇਆ। ਉਹ ਅਗਰ 7 ਵਜੇ ਵੀ ਕਹੇਗਾ ਅਰਲੀ ਮਾਰਨਿੰਗ ਆਉਣ ਦੇ ਲਈ, ਤਾਂ ਉਹਦੇ ਤੁਸੀਂ ਡਿਊਟੀ ਤੇ ਹੋਵੋਗੇ 7 ਵਜੇ ਤੋਂ 5 ਮਿੰਟ ਪ੍ਰੇ ਹੋਣਗੇ ਔਰ ਤੁਸੀਂ ਆਪਣੇ ਆਫਿਸ ਰਹੋਗੇ। ਉਹ ਪੈਸੇ ਦਿੰਦਾ ਤਾਂ ਉਹਦਾ ਹੁਕਮ ਮੰਨਣਾ ਸੌਖਾ ਹੈ। ਹਾਂ, ਕੀ ਮੈਂ ਸੱਚ ਬੋਲ ਰਿਹਾ? ਤੁਹਾਡਾ ਭਰੋਸਾ ਕਿੰਨਾ ਕਾ ਖੁਦਾ ਦੇ ਉੱਤੇ? ਆਪਣੇ ਜ਼ੋਰ ਦੇ ਨਾਲ ਨਹੀਂ ਬੰਦਾ ਚੱਲ ਸਕਦਾ ਖੁਦਾਵੰਦ ਦੇ ਕੰਮਾਂ ਦੇ ਵਿੱਚ, ਜਾਂ ਖੁਦਾ ਦੇ ਵਚਨਾਂ ਦੇ ਉੱਪਰ, ਜਾਂ ਖੁਦਾ ਦੀ ਅਧੀਨਗੀ ਦੇ ਵਿੱਚ ਬੰਦਾ ਆਪਣੇ ਜ਼ੋਰ ਦੇ ਨਾਲ ਨਹੀਂ ਚੱਲ ਸਕਦਾ। ਤੁਹਾਡਾ ਭਰੋਸਾ ਕਿੱਥੇ ਆ? ਤੁਹਾਡਾ ਵਿਸ਼ਵਾਸ ਕਿੱਥੇ ਆ? ਕਿੰਨਾ ਕੁ ਵਿਸ਼ਵਾਸ ਹੈ ਪਵਿੱਤਰ ਆਤਮਾ ਦੇ ਉੱਪਰ? ਕਿੰਨਾ ਕੁ ਵਿਸ਼ਵਾਸ ਹੈ ਖੁਦਾ ਦੀ ਤਾਕਤ ਦੇ ਉੱਪਰ? ਕਿੰਨਾ ਕੁ ਵਿਸ਼ਵਾਸ ਹੈ ਖੁਦਾ ਦੇ ਜ਼ੋਰ ਦੇ ਉੱਪਰ? ਕਿ ਤੁਸੀਂ ਇੰਨਾ ਵੀ ਨਹੀਂ ਸਮਝ ਪਾ ਰਹੇ ਕਿ ਉਹਦੇ ਹੁਕਮਾਂ ਨੂੰ ਮੰਨਣਾ ਸੌਖਾ ਆ? ਔਖਾ ਨਹੀਂ ਆ। ਤੁਹਾਡੀ ਸੋਚ ਕਿੱਥੇ ਗਈ ਹੈਗੀ ਆ? ਕਿੰਨੀ ਛੋਟੀ ਸੋਚ ਹੈ ਤੁਹਾਡੀ ਕਿ ਤੁਹਾਨੂੰ ਇਹ ਲੱਗਦਾ ਕਿ ਉਹਦੇ ਹੁਕਮਾਂ ਦੇ ਉੱਪਰ ਚੱਲਣਾ ਬਹੁਤ ਔਖਾ ਹੈ। ਬੜੀ ਅਫਸੋਸ ਦੀ ਗੱਲ ਹੈ ਤੁਹਾਡੇ ਲਈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਦੇ ਹੁਕਮਾਂ ਨੂੰ ਮੰਨਣਾ ਔਖਾ ਨਹੀਂ ਹੈ। ਬਸ ਆਪਣੇ ਮਾਈਂਡ ਨੂੰ ਸੈੱਟ ਕਰਨ ਦੀ ਜ਼ਰੂਰਤ ਹੈ ਕਿ ਮੇਰਾ ਟਾਰਗੇਟ ਕੀ ਹੈ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਮੇਰੇ ਪਰਮੇਸ਼ਵਰ ਨੇ ਮੈਨੂੰ ਕਿੱਥੋਂ ਕੱਢਿਆ, ਕਿਸ ਪਾਪ ਤੋਂ ਉਹਨੇ ਮੈਨੂੰ ਆਜ਼ਾਦ ਕੀਤਾ, ਕਿਸ ਪ੍ਰੋਬਲਮ ਤੋਂ ਉਹਨੇ ਮੈਨੂੰ ਡਿਲੀਵਰ ਕੀਤਾ ਹੈ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣ ਦੀ ਜ਼ਰੂਰਤ ਹੈ ਤੇ ਤੁਹਾਨੂੰ ਉਹਦੇ ਹੁਕਮ ਔਖੇ ਨਹੀਂ ਲੱਗਣੇ। ਔਖੇ ਉਸ ਵਿਅਕਤੀ ਨੂੰ ਲੱਗਣੇ ਆ ਜਿਹੜਾ ਆਪਣੇ ਪੁਰਾਣੀ ਜ਼ਿੰਦਗੀ ਨੂੰ ਭੁੱਲ ਗਿਆ ਕਿ ਖੁਦਾ ਨੇ ਮੈਨੂੰ ਕਿੱਥੋਂ ਕੱਢਿਆ, ਆਪਣੀ ਬਿਮਾਰੀ ਨੂੰ ਭੁੱਲ ਗਿਆ, ਆਪਣੀ ਪਰੇਸ਼ਾਨੀ ਨੂੰ ਭੁੱਲ ਗਿਆ, ਆਪਣੇ ਦੁੱਖ ਦੇ ਸਮੇਂ ਨੂੰ ਭੁੱਲ ਗਿਆ। ਉਸ ਪੁਰਾਣੀ ਦੇ ਲਈ ਮੈਂ ਕਹਿ ਸਕਦਾ ਕਿ ਵਚਨਾਂ ਨੂੰ ਪੂਰਾ ਕਰਨਾ ਔਖਾ ਹੈ। ਪਰ ਜਿਹਨੇ ਯਾਦ ਰੱਖਿਆ ਆਪਣੇ ਪਾਸ ਨੂੰ, ਆਪਣੇ ਬੀਤੇ ਸਮੇਂ ਨੂੰ, ਉਹ ਅੱਜ ਕਹਿ ਸਕਦਾ ਹੈ ਕਿ ਉਹਦੇ ਹੁਕਮਾਂ ਨੂੰ ਮੰਨਣਾ ਸੌਖਾ ਹੈ, ਔਖਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਸਾਡੇ ਕੰਮ ਕਿੱਦਾਂ ਦੇ? ਸਾਡਾ ਖੁਦਾ ਦੇ ਨਾਲ ਸੰਬੰਧ ਕਿੱਦਾਂ ਦਾ ਆ ਕਿ ਜਿਹੜੇ ਤੁਸੀਂ ਬੜਾ ਪ੍ਰਾਊਡਲੀ ਕਹਿ ਸਕੋ ਕਿ ਪਰਮੇਸ਼ਵਰ ਦੇ ਵਚਨਾਂ ਨੂੰ ਪੂਰਾ ਕਰਨਾ ਔਖਾ ਨਹੀਂ, ਸੌਖਾ ਹੈ। ਹਾਲੇਲੂਇਆ। ਯਿਸੂ ਮਸੀਹ ਕਹਿੰਦੇ ਸੀ ਅਮੀਰ ਬੰਦੇ ਦਾ ਸਵਰਗ ਦੇ ਵਿੱਚ ਵੜਨਾ ਬਹੁਤ ਔਖਾ ਆ, ਸੂਈ ਦੇ ਨੱਕੇ ਦੇ ਵਿੱਚੋਂ ਕਿਹਦਾ ਲੱਗਣਾ ਸੌਖਾ ਆ? ਇਹਦਾ ਊਂਠ ਦਾ। ਪੋਸੀਬਲ ਹੈ? ਪਰ ਕਹਿੰਦੇ ਲੰਘ ਸਕਦਾ, ਪਰ ਜਿਹਦਾ ਭਰੋਸਾ ਪੈਸੇ ਦੇ ਉੱਪਰ ਆ, ਜਿਹਦਾ ਈਮਾਨ ਹੀ ਸੰਸਾਰਿਕ ਕੰਮਾਂ ਦੇ ਉੱਪਰ ਆ, ਧਿਆਨ ਹੀ ਸੰਸਾਰਿਕ ਕੰਮਾਂ ਦੇ ਉੱਪਰ ਆ, ਉਹਦਾ ਸਵਰਗ ਦੇ ਵਿੱਚ ਜਾਣਾ ਬਹੁਤ ਮੁਸ਼ਕਿਲ ਹੈ। ਹਾਲੇਲੂਇਆ, ਹਾਲੇਲੂਇਆ। ਇਸ ਲਈ ਯਿਸੂ ਮਸੀਹ ਨੇ ਉਹਨਾਂ ਦੇ ਵੱਲ ਵੇਖਿਆ, ਆਪਣੇ ਚੇਲਿਆਂ ਦੇ ਵੱਲ, ਆਪਣੇ ਜਿਹੜੇ ਲੋਕ ਆਲੇ ਦੁਆਲੇ ਸੀਗੇ, ਔਰ ਫਿਰ ਆਖਿਆ ਕਹਿੰਦੇ ਜੋ ਕੰਮ ਮਨੁੱਖ ਤੋਂ ਅਣਹੋਣਾ ਆ ਉਹ ਪਰਮੇਸ਼ਵਰ ਤੋਂ ਹੋ ਸਕਦਾ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਜਦੋਂ ਆਪਣੀ ਜ਼ਿੰਦਗੀ ਨੂੰ, ਆਪਣੀਆਂ ਸੋਚਾਂ ਨੂੰ, ਆਪਣੇ ਖਿਆਲਾਂ ਨੂੰ, ਆਪਣੀ ਇਮੇਜਿਨੇਸ਼ਨ ਨੂੰ ਤੁਸੀਂ ਖੁਦਾ ਦੇ ਹੱਥਾਂ ਦੇ ਵਿੱਚ ਦੇ ਦੋਗੇ ਤੇ ਤੁਹਾਨੂੰ ਖੁਦਾ ਦੇ ਜਿਹੜੇ ਵਚਨਾਂ ਦੇ ਉੱਪਰ ਚੱਲਣਾ ਬਹੁਤ ਸੌਖਾ ਲੱਗੇਗਾ। ਹੁਣ ਕਈ ਆਏ ਪ੍ਰੇਅਰ ਦੇ ਲਈ ਮੈਂ ਨਾਮ ਨਹੀਂ ਲੈਣਾ, ਪਰ ਕਈ ਪੂਰੇ ਸੁਪਨੇ, ਪੂਰੇ ਖਿਆਲ, ਕਿਉਂ ਮਾਫ ਕਰਨਾ, ਪਰ ਜਦੋਂ ਆਪਾਂ ਵਚਨ ਨੂੰ ਆਪਣੇ ਦਿਮਾਗ ਦੇ ਵਿੱਚ ਵਸਾ ਲਿਆ, ਜਦੋਂ ਜੋ ਅਸੀਂ ਸੋਚ ਰਹੇ ਨਾ ਉਹਦੇ ਸੁਪਨੇ ਆਉਣੇ। ਯਾਦ ਰੱਖਣਾ ਮੇਰੀ ਗੱਲ। ਜੋ ਅਸੀਂ ਸੋਚ ਰਹੇ ਹਾਂ, ਸਾਰਾ ਦਿਨ ਅਸੀਂ ਸੋਚਦੇ ਹਾਂ, ਉਹਦੇ ਨਾਲ ਲੱਗਦੇ ਹੀ ਸੁਪਨੇ ਸਾਨੂੰ ਆਉਣੇ ਆ। ਅਗਰ ਤੁਸੀਂ ਵਚਨ ਦੇ ਉੱਪਰ ਧਿਆਨ ਦਿਓ, ਵਚਨ ਦੇ ਨਾਲ ਤਾਲਮੇਲ ਰੱਖੋ ਤੇ ਤੁਹਾਨੂੰ ਖੁਦਾ ਦੇ ਸੁਪਨੇ ਆਣਗੇ। ਫਿਰ ਤੁਹਾਨੂੰ ਬੁਰੇ ਸੁਪਨੇ ਨਹੀਂ ਹੋਣੇ, ਤੁਹਾਡੇ ਮਾਈਂਡ ਦੇ ਵਿੱਚ ਬੁਰੇ ਖਿਆਲ ਨਹੀਂ ਹੋਣੇ, ਤੁਹਾਡੀ ਇਮੇਜਿਨੇਸ਼ਨ ਆ ਜਿਹੜੀ ਉਹ ਬੁਰੀ ਨਹੀਂ ਹੋਣੀ ਆ। ਇਹ ਕਿਉਂ ਏਦਾਂ ਆ? ਕਿਉਂਕਿ ਚੰਗਾ ਜਿਹਨੇ ਕਰਨਾ ਆ, ਚੰਗੀ ਸੋਚ ਜਿਹਨੇ ਬਣਾਣੀ ਆ, ਉਹਦੇ ਨਾਲ ਸੰਬੰਧ ਕਮਜ਼ੋਰ ਆ। ਵਚਨ ਨੂੰ ਅਸੀਂ ਪੜ੍ਹਨ ਚ ਕਮਜ਼ੋਰ ਆ, ਵਚਨ ਨੂੰ ਸਮਝਣ ਚ ਕਮਜ਼ੋਰ ਆ, ਇਸੇ ਲਈ ਉਹਦੇ ਹੁਕਮ ਮੰਨਣੇ ਔਖੇ ਲੱਗਦੇ ਆ। ਸਾਡੇ ਕੋਲ ਵਰਡ ਨਹੀਂ ਰੱਖ ਹੁੰਦਾ,
ਗੁਰਦ ਰੱਖ ਕੇ ਪ੍ਰਾਰਥਨਾ ਦੇ ਵਿੱਚ ਬਹਿ ਨਹੀਂ ਹੁੰਦਾ, ਸਾਡੇ ਕੋਲ ਗੋਡੇ ਟੇਕ ਕੇ ਦੁਆ ਨਹੀਂ ਕਰਦਾ। ਬਾਈਬਲ ਕਹਿੰਦਾ ਸਾਡੀ ਲੜਾਈ ਆਤਮਿਕ ਲੜਾਈ ਹੈ, ਸਰੀਰਕ ਨਹੀਂ ਹੈ। ਇਹ ਜਿਹੜੇ ਬੁਰੇ ਖਿਆਲ ਆ, ਬੁਰੇ ਸੁਪਨੇ ਆ, ਇਹ ਕਿੱਥੇ ਆ? ਸਰੀਰਕ ਹੈ। ਅਸੀਂ ਇਹਦੇ ਨਾਲ ਕਿੱਦਾਂ ਲੜਨਾ ਆ? ਫਾਸਟਿੰਗ ਦੇ ਵਿੱਚ ਜਾਓ, ਸਾਦਾ ਪ੍ਰੇਅਰ ਦੇ ਵਿੱਚ ਜਾਓ, ਵਚਨ ਨੂੰ ਆਪਣੀ ਜ਼ਿੰਦਗੀ 'ਚ ਥਾਂ ਦਿਓ ਜ਼ਿਆਦਾ, ਤਾਂ ਜੋ ਇਹ ਲੜੇ। ਤੁਹਾਡਾ ਆਤਮਾ ਉਸ ਪ੍ਰੋਬਲਮ ਦੇ ਨਾਲ ਲੜੇ ਔਰ ਤੁਸੀਂ ਜਿੱਤ ਪ੍ਰਾਪਤ ਕਰੋ ਉਹਦੇ ਉੱਪਰ। ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਸਾਰਾ ਦਿਨ ਜੋ ਸੋਚਦੇ ਰਹੋਗੇ, ਰਾਤ ਨੂੰ ਉਦਾਂ ਦੇ ਹੀ ਸੁਪਨੇ ਆਉਣੇ ਆ। ਕਿੰਨੇ ਸਮਝ ਪਾਏ? ਅੱਗੇ ਲਿਖਿਆ ਬਾਈਬਲ ਦੇ ਵਿੱਚ, ਜਦੋਂ ਅਸੀਂ ਪਹਿਲਾਂ ਯਹੋਨਾ ਦਾ ਪੁਸਤਕ ਪੜ੍ਹਦੇ ਆ, ਉਹਦਾ 5 ਨੰਬਰ ਅਧਿਆਇ ਓਪਨ ਕਰੀਏ ਮੇਰੇ ਨਾਲ। ਬਾਈਬਲ ਕੁਝ ਹੋਰ ਕਹਿੰਦਾ, ਤੁਸੀਂ ਕੁਝ ਹੋਰ ਕਹੀ ਜਾਂਦੇ ਪਏ ਆ। ਮੈਨੂੰ ਤੁਹਾਡੀ ਸਮਝ ਨਹੀਂ ਲੱਗਦੀ ਤੁਸੀਂ ਕਿਹੜਾ ਬਾਈਬਲ ਪੜ੍ਹਦੇ ਪਏ ਆ। ਤੁਹਾਡਾ ਭਰੋਸਾ ਕਿੱਥੇ ਆ? ਤੁਹਾਡਾ ਵਿਸ਼ਵਾਸ ਕਿੱਥੇ ਆ? ਹਾਂਜੀ ਪੜ੍ਹੀਏ ਜਰਾ ਪਹਿਲਾਂ ਯਹੋਨਾ ਦਾ ਪੱਤਰੀ ਆ ਜਾਂ ਪੁਸਤਕ ਆ, ਉਹਦਾ 5 ਨੰਬਰ ਅਧਿਆਇ, ਉਹਦਾ 2 ਤੋਂ 4 ਨੰਬਰ ਬੰਦੀ। ਹਾਂਜੀ ਪੜ੍ਹੀਏ ਜੀ। ਜਾਂ ਅਸੀਂ ਪਰਮੇਸ਼ਰ ਨਾਲ ਪ੍ਰੇਮ ਰੱਖਦੇ, ਜਾਂ ਅਸੀਂ ਪਰਮੇਸ਼ਵਰ ਦੇ ਨਾਲ ਪਿਆਰ ਰੱਖਦੇ ਅਤੇ ਉਹਦੇ ਹੁਕਮਾਂ ਉੱਤੇ ਚੱਲਦੇ ਹਾਂ, ਉਹਦੇ ਹੁਕਮਾਂ ਦੇ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ, ਮਤਲਬ ਜਾਣੇ ਜਾਂਦੇ ਹਾਂ ਭਾਈ ਅਸੀਂ ਪਰਮੇਸ਼ਰ ਦੇ ਬਾਲਕਾਂ ਨਾਲ ਪ੍ਰੇਮ ਰੱਖਦੇ ਭਈ ਹਾਂ। ਅਸੀਂ ਪਰਮੇਸ਼ਵਰ ਦੀਆਂ ਬਾਲਕਾਂ ਦੇ ਨਾਲ ਕੀ ਕਰਦੇ ਹਾਂ? ਪ੍ਰੇਮ ਰੱਖਦੇ ਹਾਂ। ਹਾਂਜੀ, ਕਿਉਂ ਜੋ ਪਰਮੇਸ਼ਰ ਦਾ ਪ੍ਰੇਮ ਇਹ ਹੈ, ਕਿਉਂਕਿ ਪਰਮੇਸ਼ਵਰ ਦਾ ਪਿਆਰ ਇਹ ਆ ਭਾਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ, ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹਦੇ ਹੁਕਮ ਔਖੇ ਨਹੀਂ ਹਨ। ਔਰ ਉਹਦੇ ਹੁਕਮ ਤੇ ਆਪਾਂ ਕਿੱਧਰ ਘੁੰਮੀ ਫਿਰਦੇ ਪਏ ਆ? ਕਹਿੰਦੇ ਪਰਮੇਸ਼ਵਰ ਦਾ ਪਿਆਰ ਤੁਹਾਡੇ ਨਾਲ ਏਦਾਂ ਦਾ ਆ ਕਿ ਤੁਸੀਂ ਉਹਦੇ ਹੁਕਮਾਂ ਨੂੰ ਪੂਰਾ ਕਰੋ, ਔਰ ਉਹਦੇ ਹੁਕਮਾਂ ਨੂੰ ਪੂਰਾ ਕਰਨਾ ਔਖਾ ਤੇ ਆਪਾਂ ਕਹਿੰਦੇ ਔਖੇ। ਇਹ ਕਿੱਦਾਂ ਹੋ ਸਕਦਾ? ਕਿਉਂਕਿ ਅਸੀਂ ਬਾਈਬਲ ਦੇ ਵਿੱਚ ਹੋਵਾਂਗੇ ਤਾਂ ਬਾਈਬਲ ਸਾਡੇ ਵਿੱਚ ਹੋਊਗੀ। ਜੇ ਅਸੀਂ ਬਾਈਬਲ ਤੋਂ ਬਾਹਰ ਆ ਤੇ ਬਾਈਬਲ ਵੀ ਸਾਡੇ ਵਿੱਚੋਂ ਬਾਹਰ ਆ। ਕਿਹਨੇ ਸਮਝ ਪਾਈ ਮੇਰੀ ਗੱਲ? ਬਾਈਬਲ ਦੀਆਂ ਬਰਕਤਾਂ ਜਾਂ ਜੋ ਬਲੇਸਿੰਗਸ ਲਿਖੀ ਹੈ ਅੰਦਰ ਆਉਣੀ ਨਹੀਂ ਹੈ, ਸਾਡੇ ਨਾਲ ਦਿਖਣੀ ਹੈ। ਕਿਉਂਕਿ ਅਸੀਂ ਬਾਈਬਲ ਤੋਂ ਬਾਹਰ ਆ, ਅਸੀਂ ਦਾਇਰੇ ਤੋਂ ਬਾਹਰ ਆ। ਬਾਈਬਲ ਕਹਿੰਦਾ ਆ ਵਚਨ ਆਖਦਾ ਉਹਦੇ ਹੁਕਮ ਪੂਰੇ ਕਰਨੇ ਔਖੇ ਨਹੀਂ ਆ, ਪਰ ਤੁਹਾਡੀ ਸੋਚ ਇਹ ਆ ਕਿ ਔਖੇ ਆ। ਤਾਲਮੇਲ ਨਹੀਂ ਹੈ, ਇੱਕ ਮਨ ਨਹੀਂ ਹੈ। ਤੇ ਬਾਈਬਲ ਤਾਂ ਕਹਿੰਦਾ ਜੇ ਇੱਕ ਮਨ ਨਹੀਂ ਤਾਂ ਕੁਝ ਵੀ ਹਾਸਲ ਨਹੀਂ ਹੋਣਾ ਧਰਤੀ ਦੇ ਉੱਪਰ। ਕਿੰਨੇ ਸਮਝ ਪਾ ਰਹੇ? ਇਹਦੇ ਪਰ ਪਰਮੇਸ਼ਵਰ ਦਾ ਪਿਆਰ ਇਹੀ ਆ ਤੁਹਾਡੇ ਤੇ ਕਿ ਤੁਸੀਂ ਉਹਦੇ ਹੁਕਮਾਂ ਨੂੰ ਪੂਰਾ ਕਰੋ, ਉਹਦੇ ਵਚਨਾਂ ਨੂੰ ਪੂਰਾ ਕਰੋ, ਉਹਦੀਆਂ ਗੱਲਾਂ ਨੂੰ ਮੰਨੋ ਤੇ ਉਹਦੀਆਂ ਗੱਲਾਂ ਨੂੰ ਮੰਨਣਾ ਔਖਾ ਨਹੀਂ ਹੈ। ਇਹ ਅਸੀਂ ਕਰ ਨਹੀਂ ਸਕਦੇ ਕਿ ਅਸੀਂ ਇੱਕ ਦੂਸਰੇ ਨੂੰ ਮਸੀਹ ਪਿਆਰ ਨਹੀਂ ਕਰ ਸਕਦੇ, ਅਸੀਂ ਆਪਣੇ ਭੈਣ ਭਰਾਵਾਂ ਨੂੰ ਪਿਆਰ ਨਹੀਂ ਦੇ ਸਕਦੇ। ਅਸੀਂ ਕਰ ਸਕਦੇ ਹਾਂ। ਖੁਦਾ ਦੇ ਵਚਨਾਂ ਨੂੰ ਪੂਰਾ ਕਰਨਾ ਔਖਾ ਨਹੀਂ ਹੈ ਕਿ ਅਸੀਂ ਜੇ ਸਾਨੂੰ ਕੋਈ ਬੁਰਾ ਬੋਲਦਾ ਕਿ ਅਸੀਂ ਉਹਨੂੰ ਆਸ਼ੀਸ਼ ਨਹੀਂ ਦੇ ਸਕਦੇ, ਅਸੀਂ ਦੇ ਸਕਦੇ ਹਾਂ ਪਰ ਅਸੀਂ ਦਿੰਦੇ ਨਹੀਂ ਹਾਂ। ਜੇ ਕੋਈ ਇੱਕ ਸੁਣਾਉਂਦਾ ਅਸੀਂ ਉਹਨੂੰ 4 ਸੁਣਾਉਂਦੇ ਹਾਂ। ਪ੍ਰੋਬਲਮ ਇੱਥੇ ਆ ਕਿਉਂਕਿ ਜੋ ਮਨੁੱਖ ਦੇ ਅੰਦਰ ਹੈ ਉਹੀ ਬਾਹਰ ਹੋਣਾ। ਜੇ ਪਵਿੱਤਰ ਆਤਮਾ ਨਾ ਉਹਨੇ ਸਹਿ ਲੈਣਾ, ਤੇ ਜੇ ਪਵਿੱਤਰ ਆਤਮਾ ਨਹੀਂ ਆ ਤੇ ਤੁਸੀਂ 4 ਸੁਣਾਉਣੀਆਂ। ਕਿੰਨੇ ਮੇਰੀ ਗੱਲ ਨੂੰ ਸਮਝ ਪਾ ਰਹੇ? ਜੇ ਖੁਦਾ ਦੇ ਵਚਨ ਤੁਹਾਡੇ ਅੰਦਰ ਆ ਤੇ ਉਹਨੇ ਤੁਹਾਨੂੰ ਕੰਟਰੋਲ ਕਰਕੇ ਰੱਖਣਾ ਹੈ, ਆਪਣੇ ਕੰਟਰੋਲ ਦੇ ਵਿੱਚ ਰੱਖਣਾ ਉਹਨੇ। ਜੇ ਕੋਈ ਇੱਕ ਗਾਲ ਕੱਢਦਾ ਆ ਤੇ ਤੁਸੀਂ ਉਹਨੂੰ ਆਸ਼ੀਸ਼ ਦਿਓਗੇ, ਨਾ ਕਿ ਤੁਸੀਂ ਉਹਨੂੰ ਸ਼ਰਾਬ ਦਿਓਗੇ। ਇਹਨੇ ਸਮਝ ਪਾ ਰਹੇ ਮੇਰੀ ਗੱਲ? ਅਸੀਂ ਵਚਨ ਨੂੰ ਪੂਰਾ ਕਰ ਸਕਦੇ ਹਾਂ, ਉਹਦੇ ਹੁਕਮ ਮੰਨਣੇ ਔਖੇ ਨਹੀਂ ਆ। ਬਾਈਬਲ ਕਹਿੰਦਾ ਆ ਕਿ ਤੂੰ ਆਪਣੀ ਨੇਕ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਲਿਆ ਕੇ ਮੇਰੇ ਘਰ ਦੇ ਵਿੱਚ ਰੱਖ ਦੇ। ਇਹ ਅਸੀਂ ਕਰ ਨਹੀਂ ਸਕਦੇ, ਅਸੀਂ ਕਰ ਸਕਦੇ ਹਾਂ। ਤਾਂ ਜੇ ਅਸੀਂ ਨਹੀਂ ਕਰਦੇ ਪ੍ਰੋਬਲਮ ਸਾਡੀ ਆ। ਅਸੀਂ ਕਹਿੰਦੇ ਉਹਦੇ ਹੁਕਮਾਂ ਦੇ ਉੱਪਰ ਚੱਲਣਾ ਔਖਾ ਆ ਕਿਉਂਕਿ ਅਸੀਂ ਕਰ ਨਹੀਂ ਪਾ ਰਹੇ। ਪਰ ਜਿਹੜਾ ਕਰ ਪਾ ਰਿਹਾ ਹੈ ਉਹ ਕਹਿ ਸਕਦਾ ਹੈ ਕਿ ਉਹਦੇ ਹੁਕਮਾਂ ਨੂੰ ਪੂਰਾ ਕਰਨਾ ਔਖਾ ਨਹੀਂ ਹੈ, ਸੌਖਾ ਹੈ।
ਕਿ ਅਸੀਂ ਆਪਣੇ ਵੈਰੀ ਨੂੰ ਪਿਆਰ ਨਹੀਂ ਕਰ ਸਕਦੇ, ਜਾਂ ਜਿਹਦੇ ਨਾਲ ਸਾਡਾ ਵੈਰ ਹੈ ਕਿ ਅਸੀਂ ਉਹਨੂੰ ਅੱਜ ਮਨਾ ਨਹੀਂ ਸਕਦੇ, ਉਹਨੂੰ ਪਿਆਰ ਨਹੀਂ ਕਰ ਸਕਦੇ, ਉਹਨੂੰ ਕਰ ਸਕਦੇ ਹਾਂ। ਜੇ ਸਾਡਾ ਭਰਾ ਦੇ ਨਾਲ ਗੁੱਸਾ ਗਿਲਾਇਆ ਤੇ ਬਾਈਬਲ ਕਹਿੰਦਾ ਉਹਨੂੰ ਮਨਾ, ਦੁਆ ਛੱਡ, ਕਹਿੰਦੇ ਬਾਈਬਲ ਕਹਿੰਦਾ ਇਹਦਾ ਦੁਆ ਕਰਨੀ ਛੱਡ, ਪਹਿਲਾਂ ਆਪਣੇ ਭਰਾ ਨੂੰ ਮਨਾ। ਇਹਨਾਂ ਕਿ ਨਹੀਂ ਕਹਿੰਦਾ ਬਾਈਬਲ? ਤੇ ਆਪਾਂ ਕਿਉਂ ਨਹੀਂ ਕਰਦੇ ਫਿਰ? ਜੇ ਨਹੀਂ ਕਰਦੇ ਆ ਇਹਦਾ ਮਤਲਬ ਤੁਹਾਡੇ ਵੀ ਔਖਾ ਹੈ ਵਚਨ ਨੂੰ ਪੂਰਾ ਕਰਨਾ। ਸਾਰਿਆਂ ਦੇ ਨਹੀਂ, ਕੁਝ ਹੈ ਇਦਾਂ ਦੇ ਪਰਸਨ ਜਿਹੜੇ ਵਚਨ ਨੂੰ ਪੂਰਾ ਕਰਦੇ ਆ। ਬਾਈਬਲ ਕਹਿੰਦਾ ਤੈਨੂੰ ਲੱਗਦਾ ਤੇਰਾ ਭਰਾ ਦੇ ਨਾਲ ਵੈਰ ਹੈ, ਉਹ ਤੋਂ ਗੋਡੇ ਟੇਕ ਕੇ ਮੇਰੇ ਅੱਗੇ ਦੁਆ ਕਰ, ਭੇਂਟ ਚੜਾਉਣਾ ਆ, ਇਹਦੇ ਭੇਂਟ ਛੱਡ, ਆਪਣੇ ਭਰਾ ਨੂੰ ਜਾ ਕੇ ਮਨਾ, ਉਹਨੂੰ ਮਨਾ ਤੇ ਫਿਰ ਆ ਕੇ ਕਹਿੰਦੇ ਗੋਡੇ ਟੇਕ ਦੁਆ ਕਰ, ਤੇ ਤੇਰੀ ਦੁਆ ਕਰੋ। ਇਸੇ ਲਈ ਖਰੇ ਸਾਡੀਆਂ ਦੁਆਵਾਂ ਸੁਣੀਆਂ ਨਹੀਂ ਜਾਂਦੀਆਂ, ਬਸ ਦੱਸਦਾ ਨਹੀਂ ਜਾਂਦੀਆਂ, ਕਿਉਂਕਿ ਅਸੀਂ ਚੌਕਸੀ ਨਹੀਂ ਕਰਦੇ ਆਪਣੀ ਆਤਮਿਕ ਜ਼ਿੰਦਗੀ ਦੇ ਉੱਪਰ। ਆਪਣਾ ਜਿਹੜਾ ਸਪਿਰਚੁਅਲ ਤੁਹਾਡਾ ਲੈਵਲ ਹੈ, ਸਪਿਰਚੁਅਲ ਲਾਈਫ ਆ, ਉਹਦੇ ਵੱਲ ਅਸੀਂ ਧਿਆਨ ਨਹੀਂ ਦੇ ਰਹੇ ਕਿ ਅਸੀਂ ਕਿਸ ਰੀਤੀ ਦੇ ਨਾਲ ਚੱਲਦੇ ਪਏ ਆ, ਕਿੱਦਾਂ ਸੋਚਦੇ ਪਏ ਆ, ਕਿੱਦਾਂ ਅਸੀਂ ਵਚਨ ਨੂੰ ਪੜ੍ਹਦੇ ਪਏ ਆ, ਕਿੱਦਾਂ ਇਹਦੇ ਉੱਪਰ ਚੱਲਦੇ ਪਏ ਆ, ਕਿੱਦਾਂ ਇਹਦੇ ਉੱਪਰ ਜਮਾ ਕਰਦੇ ਪਏ ਨੂੰ ਆਪਣੇ ਅੰਦਰ। ਅਸੀਂ ਸਾਡੀ ਸੋਚ ਨਹੀਂ ਹੈ ਔਰ ਸੋਚਣ ਦੀ ਜ਼ਰੂਰਤ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਬਾਈਬਲ ਕਹਿੰਦਾ 3 ਨੰਬਰ ਪੰਕਤੀ 'ਚ ਕਹਿੰਦਾ ਕਿਉਂ ਜੋ ਪਰਮੇਸ਼ਰ ਦਾ ਪ੍ਰੇਮ ਇਹ ਆ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਉਹਦੇ ਹੁਕਮ ਔਖੇ ਨਹੀਂ ਆ। ਉਹਦੇ ਹੁਕਮਾਂ ਨੂੰ ਮੰਨਣਾ ਔਖਾ ਨਹੀਂ। ਪੌਲ ਕਹਿੰਦਾ ਉਹਦੇ ਦਿੱਤੇ ਬਾਹੋਂ ਦੇ ਨਾਲ ਮੈਂ ਸਭ ਕੁਝ ਇਹ ਬੜਾ ਪੌਲ ਨਹੀਂ ਬਾਈਬਲ ਵਾਲਾ ਆਊਗਾ, ਇਹ ਵੀ ਹੋਊਗਾ, ਟਾਈਮ ਆਊਗਾ, ਕੋਈ ਅੱਜ ਗਿਆਨ ਵੀ ਲੱਗ ਗਿਆ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਮੈਂ ਦੇਖਿਆ ਕਹਿੰਦਾ ਤੁਸੀਂ ਵੀ ਕਰਦੇ ਤੇ ਘਾਟਾ ਨਹੀਂ ਪਿਆ, ਪਿਆ ਕਿ ਨਹੀਂ? ਖੁਦਾ ਦੇ ਉੱਤੇ ਭਰੋਸਾ ਕਰਕੇ ਦੁਆ ਕਰਕੇ ਤੁਰ ਪਿਆ। ਉਹ 40,000 ਦਾ ਘਾਟਾ ਜਿਹੜਾ ਪੈਣਾ ਸੀ ਉਹ ਤੋਂ ਖੁਦਾ ਨੇ ਬਚਾ ਲਿਆ। ਕਹਿ ਰਿਹਾ ਨਹੀਂ ਕਹਿ ਰਿਹਾ ਕਿ ਤੁਹਾਨੂੰ ਸਿਖਾ ਰਿਹਾ ਕਿ ਨਹੀਂ? ਜਿੱਦਾਂ ਪੌਲ ਸਿਖਾਉਂਦਾ ਹੁੰਦਾ ਹੈ ਕਿ ਪੌਲ ਸਿਖਾਉਣ ਲੱਗ ਪਿਆ, ਪਾਸਟਰ ਬਣ ਜਾਂਦਾ ਇਹਨੇ ਹੋਰ ਥੋੜੇ ਚਿਰ ਦਾ। ਹਾਲੇਲੂਇਆ, ਹਾਲੇਲੂਇਆ। ਸੰਤ ਪੌਲ ਕਹਿੰਦੇ ਆ ਕਿ ਉਹਦੇ ਦਿੱਤੇ ਬਾਹੂ ਦੇ ਨਾਲ ਮੈਂ ਸਭ ਕੁਝ, ਤੇ ਤੁਸੀਂ ਕਹਿੰਦੇ ਵਚਨ ਔਖੇ ਬਣੇ ਆ, ਪੜ੍ਹਨੇ ਔਖੇ ਆ, ਪੂਰੇ ਕਰਨੇ ਔਖੇ। ਕਈਆਂ ਦਾ ਪੜ੍ਹਨੇ ਵੀ ਔਖੇ ਲੱਗਦੇ ਹਾਂ। ਕੀ ਮੈਂ ਸੱਚ ਬੋਲਣਾ? ਇਹਦੇ ਕੋਲ 2 ਭਾਈ ਬਣਾ ਹੁਣ ਮੈਨੂੰ ਯਾਦ ਆ ਗਿਆ ਇਹ ਪਿਛਲੇ ਐਤਵਾਰ ਦੀ ਇੱਥੇ ਹੀ ਪਈ ਹੋਈ ਆ ਭਾਈ, ਅੱਜ ਸਵੇਰੇ ਆ ਕੇ ਚੱਕੀ ਜਾਂਦੇ ਤੇ ਕਹਿੰਦਾ ਮੇਰੇ ਕੋਲ 2 ਬਾਈਕ ਲਾ ਕਹਿੰਦਾ ਤੇ ਤਾਂ ਨਹੀਂ ਮੈਂ ਹੁਣੇ ਖੁਦਾ ਜਾਣਦਾ। ਪੂਰਾ ਕਰਨਾ ਤਾਂ ਔਖਾ, ਬੱਚਨ ਨੂੰ ਪੜ੍ਹਨਾ ਵੀ ਔਖਾ ਆ ਕਹਿੰਦਾ। ਹਾਲੇਲੂਇਆ, ਹਾਲੇਲੂਇਆ। ਇਹਨੇ ਸਮਝ ਪਾਏ? ਪਰ ਬਾਈਬਲ ਕਹਿੰਦਾ ਉਹਦੇ ਹੁਕਮਾਂ ਨੂੰ ਪੂਰਾ ਕਰਨਾ ਔਖਾ ਨਹੀਂ ਹੈ, ਕਿ ਅਸੀਂ ਕਰ ਸਕਦੇ ਹਾਂ, ਕਿਉਂਕਿ ਬਾਈਬਲ ਕਹਿੰਦਾ ਇਨਸਾਨ ਦੇ ਸਹਿਣ ਤੋਂ ਬਾਹਰ ਉਹਦੇ ਉੱਪਰ ਪ੍ਰੀਖਿਆ ਆਉਂਦੀ ਨਹੀਂ। ਕਿ ਜੇ ਤੁਹਾਨੂੰ ਲੱਗੇ ਕਿ ਮੈਨੂੰ ਖੁਦਾ ਨੇ ਆਹ ਪ੍ਰੋਬਲਮ ਦੇ ਵਿੱਚ ਫਸਾਤਾ, ਇਹ ਤਾਂ ਮੇਰੇ ਸਹਿਣ ਤੋਂ ਬਾਹਰ ਆ, ਇਦਾਂ ਨਹੀਂ ਹੈ। ਬਾਈਬਲ ਕਹਿੰਦਾ ਮਨੁੱਖ ਦੇ ਸਹਿਣ ਤੋਂ ਬਾਹਰ ਪਰਤਾਵਾ ਉਹਦੇ ਉੱਪਰ ਆਉਂਦਾ, ਜੇ ਆ ਗਿਆ ਤਾਂ ਮਤਲਬ ਤੁਸੀਂ ਖੁਦ ਲਿਆ ਉਹ ਤਾਂ ਵਿਗਾਸਾਵਾਂ ਦੇ ਵਿੱਚ ਫਸੇ। ਤੁਹਾਡੀਆਂ ਇੰਦਰੀਆਂ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਹੈ, ਇਹਨੂੰ ਕੋਈ ਹੋਰ ਆਪਰੇਟ ਕਰਦਾ। ਇਹਨੇ ਸਮਝ ਪਾ ਜਦੋਂ ਪਵਿੱਤਰ ਆਤਮਾ ਇਨਸਾਨ ਦੇ ਅੰਦਰ ਆ ਜਾਂਦਾ, ਫਿਰ ਤੁਹਾਡੀਆਂ ਇੰਦਰੀਆਂ ਨੂੰ ਪਵਿੱਤਰ ਆਤਮਾ ਕੰਟਰੋਲ ਕਰਦਾ, ਆਪਰੇਟ ਕਰਦਾ ਹੈ। ਸਰ ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ ਹੈ ਉਹ ਕੋਈ ਵੀ ਆਪਰੇਟ ਕਰ ਸਕਦਾ ਹੈ। ਇਹਨੇ ਮੇਰੀ ਗੱਲ ਨੂੰ ਸਮਝ ਮਾਰੇ ਤੇ ਪਵਿੱਤਰ ਆਤਮਾ ਨਹੀਂ, ਫਿਰ ਕੋਈ ਵੀ ਆਪਰੇਟ ਕਰ ਸਕਦਾ ਹੈ। ਕੋਈ ਵੀ ਦਾ ਮਤਲਬ ਤੁਸੀਂ ਸਮਝ ਗਏ ਹੋਣੇ। ਹਾਲੇਲੂਇਆ, ਹਾਲੇਲੂਇਆ। ਮੈਂ ਬਾਈਬਲ ਚ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਯਹੂਨਾ ਦਾ ਅੰਜੀਲ, ਉਹਦਾ 15 ਨੰਬਰ ਅਧਿਆਇ। ਹੁਣ ਅਸੀਂ ਅੰਜੀਲ ਦੇ ਵਿੱਚ ਜਾਣਾ, ਯਹੂਨਾ ਦੀ ਅੰਜੀਲ। ਮੈਂ ਤੁਹਾਨੂੰ ਸਿਖਾ ਜਿਸ ਰੀਤੀ ਦੇ ਨਾਲ ਦੇਣਾ ਹੈ ਕਿ ਤੁਸੀਂ ਆਖਿਰ ਦੇ ਵਿੱਚ ਬੋਲਣਾ ਕਿ ਖੁਦਾ ਦੇ ਵਚਨ ਪੂਰੇ ਕਰਨੇ ਸੌਖੇ ਆ, ਔਖੇ ਨਹੀਂ। ਬੋਲੋ ਹਾਲੇਲੂਇਆ, ਹਾਲੇਲੂਇਆ। ਯਹੂਨਾ ਦਾ ਅੰਜੀਲ ਉਹਦਾ 15 ਨੰਬਰ ਅਧਿਆਇ ਔਰ ਉਹਦਾ 10 ਨੰਬਰ ਪੰਕਤੀ ਤੋਂ ਜ਼ਰਾ ਪੜੋ ਔਰ 17 ਨੰਬਰ ਪੰਕਤੀ ਤੱਕ ਕੰਟੀਨਿਊ ਕਰੋ ਜ਼ਰਾ। ਕੀ ਲਿਖਿਆ ਹੈ ਬਾਈਬਲ ਦੇ ਵਿੱਚ? ਹਾਂਜੀ, ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ, ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ, ਤਾਂ ਮੇਰੇ ਪ੍ਰੇਮ ਦੇ ਵਿੱਚ
ਰਹੋਗੇ ਰਵੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਯਿਸੂ ਮਸੀਹ ਕਹਿੰਦੇ ਜਿੱਦਾਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਆ ਅਤੇ ਉਹਦੇ ਪ੍ਰੇਮ ਵਿੱਚ ਰਹਿੰਦਾ ਹਾਂ ਔਰ ਉਹਦੇ ਪਿਆਰ ਦੇ ਵਿੱਚ ਰਹਿੰਦਾ ਆ। ਹਾਂਜੀ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ। ਇਹ ਗੱਲਾਂ ਕਹਿੰਦੇ ਮੈਂ ਤੁਹਾਨੂੰ ਇਸ ਲਈ ਆਖੀਆਂ ਆ ਕਿ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਔਰ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਦਾਂ ਅੱਜ ਦੇ ਇਨਸਾਨ ਦੀ ਖੁਸ਼ੀ ਕੀ ਆ? ਉਹਨੂੰ ਸਕੂਨ ਚਾਹੀਦਾ, ਉਹਨੂੰ ਤਸੱਲੀ ਚਾਹੀਦੀ ਆ, ਉਹਨੂੰ ਬਲੇਸਿੰਗਸ ਚਾਹੀਦੀਆਂ ਆ। ਕਿੱਦਾਂ ਮਿਲਣੀਆਂ? ਬਿਮਾਰ ਨੂੰ ਚੰਗਾਈ ਚਾਹੀਦੀ ਕਿ ਰੋਟੀ ਚਾਹੀਦੀ ਆ ਜਾਂ ਮੀਟ ਚਾਹੀਦਾ? ਉਹਨੂੰ ਕੀ ਚਾਹੀਦਾ ਬਿਮਾਰ ਬੰਦੇ ਨੂੰ? ਕਿੱਦਾਂ ਮਿਲਣੀ ਆ? ਬਾਈਬਲ ਕੀ ਕਹਿੰਦਾ? ਯਿਸੂ ਮਸੀਹ ਤੁਹਾਨੂੰ ਬਰਕਤ ਦੇ ਕੇ ਖੁਸ਼ ਹੋਣਗੇ ਕਿ ਨਹੀਂ ਹੋਣਗੇ? ਹਾਂ, ਮੈਂ ਕਲੀਸਿਆ ਨਾਲ ਗੱਲ ਕਰਦਾ ਕਿ ਉਹ ਬਰਕਤ ਦੇ ਕੇ ਖੁਸ਼ ਆ ਤੁਹਾਨੂੰ ਕਿ ਨਹੀਂ? ਔਰ ਬਾਈਬਲ ਦੇ ਵਿੱਚ ਅਸੀਂ ਕੀ ਪੜ੍ਹਦੇ ਆ? ਕਹਿੰਦੇ ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਮੇਰੇ ਪਿਆਰ ਦੇ ਵਿੱਚ ਬਣੇ ਰਹੋਗੇ। ਤੇ ਬਾਈਬਲ ਕਹਿੰਦਾ, ਪਰਮੇਸ਼ਵਰ ਕਹਿੰਦੇ ਆ ਜਿਹੜਾ ਮੈਨੂੰ ਪਿਆਰ ਕਰਦਾ ਉਹ ਮੇਰੇ ਵਚਨਾਂ ਦੀ ਪਾਲਣਾ ਪੂਰਾ ਕਰਦਾ, ਯਾਨੀ ਕਿ ਵਚਨਾਂ ਨੂੰ ਪੂਰਾ ਕਰਦਾ। ਹੁਣ ਦੱਸੋ ਜਿਹੜੇ ਕਹਿੰਦੇ ਸੀ ਔਖੇ ਆ, ਇਹਦਾ ਮਤਲਬ ਪਿਆਰ ਨਹੀਂ ਕਰਦੇ? ਹਾਂ ਬੋਲੋ, ਦਿਓ ਜਵਾਬ। ਜਿਹੜੇ ਕਹਿੰਦੇ ਆ ਕਿ ਉਹਦੇ ਵਚਨ ਪੂਰੇ ਕਰਨੇ ਬੜੇ ਔਖੇ ਆ, ਧਿਆਨ ਕਿੱਧਰ ਹੈ ਤੁਹਾਡਾ? ਤੁਹਾਡਾ ਚਾਲ ਚਲਨ ਕਿੱਦਾਂ ਦਾ ਆ? ਜਿਹੜਾ ਤੁਹਾਨੂੰ ਇਹੀ ਨਹੀਂ ਪਤਾ ਕਿ ਉਹਦੇ ਵਚਨਾਂ ਨੂੰ ਪੂਰਾ ਕਰਨਾ ਔਖਾ ਹੈ ਕਿ ਸੌਖਾ ਹੈ? ਦੁਨਿਆਵੀ ਮਾਲਕ ਦਾ ਹੁਕਮ ਪੂਰਾ ਹੋ ਜਾਣਾ ਤੇ ਜਿਹੜਾ ਸਾਰਿਆਂ ਦੇ ਮਾਲਕ ਆ ਉਹਦਾ ਪੂਰਾ ਨਹੀਂ ਹੁੰਦਾ, ਉਹਦਾ ਔਖਾ ਲੱਗਦਾ। ਜਿਹੜਾ ਸਾਹ ਬਖਸ਼ਦਾ, ਜਿਹੜਾ ਜ਼ਿੰਦਗੀ ਦਿੰਦਾ, ਉਹਦੇ ਹੁਕਮ ਪੂਰੇ ਕਰਨੇ ਸਾਨੂੰ ਔਖੇ ਲੱਗਦੇ ਆ। ਜਿਹੜਾ ਪੈਸਾ ਦਿੰਦਾ ਉਹਦੇ ਸੌਖੇ ਲੱਗਦੇ ਆ। ਕਮਾਲ ਨਹੀਂ ਕਰਦੇ, ਉਦੋਂ ਓਵਰਟਾਈਮ ਵੀ ਲੱਗ ਜਾਂਦਾ। ਜੇ ਦੁਨਿਆਵੀ ਮਾਲਕ ਕਹਿ ਦੇਵੇ ਨਾ, ਜੇ ਮਾਸਟਰ ਕਹਿ ਦੇਵੇ 2 ਘੰਟੇ ਹੋਰ ਦੁਆ ਕਰਨੀ ਹੈ ਤੇ ਕੁੜੀਆਂ ਵੱਟਣ ਲੱਗ ਪੈਂਦੇ ਹੈ। ਯਿਸੂ ਮਸੀਹ ਕਹਿੰਦੇ ਜਦੋਂ ਮੈਂ ਪਿਤਾ ਦੇ ਹੁਕਮਾਂ ਨੂੰ ਪੂਰਾ ਕੀਤਾ ਤੇ ਉਹਦੇ ਪਿਆਰ ਦੇ ਵਿੱਚ ਬਣਿਆ ਰਿਹਾ ਔਰ ਕਹਿੰਦੇ ਆ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਔਰ ਤੁਹਾਡੀ ਖੁਸ਼ੀ ਦਾ ਧਿਆਨ ਕਿੱਥੇ ਆ? ਬਹੁਤ ਸਾਥ ਹੈ ਕਹਿੰਦੇ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਔਰ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ, ਕੰਪਲੀਟ ਹੋ ਜਾਵੇ। ਯਾਨੀ ਕਿ ਜੋ ਤੁਹਾਨੂੰ ਚਾਹੀਦਾ ਤੁਹਾਨੂੰ ਮਿਲ ਜਾਵੇ। ਬਿਮਾਰ ਨੂੰ ਚੰਗਾਈ ਮਿਲ ਜਾਵੇ, ਦੁਖੀ ਨੂੰ ਸੁੱਖ ਮਿਲ ਜਾਵੇ, ਨਿਰਾਸ਼ ਬੰਦੇ ਨੂੰ ਖੁਸ਼ੀ ਮਿਲ ਜਾਵੇ। ਸਾਰੀ ਕਲੀਸਿਆ ਬੋਲੇ ਆਮੀਨ ਹਾਲੇਲੂਇਆ ਹਾਲੇਲੂਇਆ। ਇਹ ਕਦੋਂ ਪੋਸੀਬਲ ਹੈ? ਜਦੋਂ ਅਸੀਂ ਉਹਦੇ ਹੁਕਮਾਂ ਨੂੰ ਮੰਨਣਾ ਹੈ। ਜਦੋਂ ਅਸੀਂ ਕਹਿਣਾ ਹੈ ਕਿ ਪ੍ਰਭੂ ਤੇਰੇ ਹੁਕਮ ਮੰਨਣੇ ਸੌਖੇ। ਹਾਲੇਲੂਇਆ ਹਾਲੇਲੂਇਆ। ਮੈਨੂੰ ਸਮਝ ਨਹੀਂ ਲੱਗਦੀ 5-6 ਸਾਲ ਹੋ ਗਏ ਚਰਚ ਆਉਂਦਿਆਂ ਨੂੰ, ਤੁਹਾਨੂੰ ਅੱਜ ਵੀ ਔਖੇ ਲੱਗਦੇ ਹੈ? ਇਹ ਬਚਪਨ ਤੋਂ ਸਾਈ ਉਹਨਾਂ ਨੂੰ ਵੀ ਔਖੇ ਲੱਗਦੇ। ਅੱਜ ਮੈਨੂੰ ਨਵਾਂ ਹੀ ਕੁਝ ਸਿੱਖਣ ਨੂੰ ਮਿਲਿਆ ਤਾਂ ਖੁਦਾ ਦੇ ਵਚਨ ਔਖੇ ਆ ਹੈ। ਹਾਂਜੀ ਕੰਟੀਨਿਊ ਕਰੀਏ ਕਿ ਕੀ ਲਿਖਿਆ? ਕਹਿੰਦੇ ਮੇਰੀ ਖੁਸ਼ੀ ਤੁਹਾਡੇ ਵਿੱਚ ਔਰ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਖੁਦਾ ਦੀ ਖੁਸ਼ੀ ਕੀ ਹੈ? ਕਿ ਤੁਸੀਂ ਉਹਦੇ ਹੁਕਮਾਂ ਨੂੰ ਕਹੋ ਕਿ ਸੌਖਾ ਆ। ਆਤਮਿਕ ਬੰਦਾ ਕਹਿ ਸਕਦਾ, ਖੁਦਾ ਨਾਲ ਪਿਆਰ ਕਰਨ ਵਾਲਾ ਕਹਿ ਸਕਦਾ ਕਿ ਉਹਦੇ ਵਚਨਾਂ ਨੂੰ ਪੂਰਾ ਕਰਨਾ ਸੌਖਾ ਆ, ਔਖਾ ਨਹੀਂ। ਤਾਂ ਜਿਹਦਾ ਪਿਆਰ ਹੀ ਕਿਸੇ ਹੋਰ ਕੰਮਾਂ ਦੇ ਵੱਲ ਪਿਆ ਹੋਇਆ ਜਾਂ ਪਿਆਰ ਹੀ ਦੁਨਿਆਵੀ ਚੀਜ਼ਾਂ ਦੇ ਵੱਲ ਪਿਆ ਹੋਇਆ ਆ, ਉਹ ਨਹੀਂ ਕਹਿ ਸਕਦਾ ਕਿ ਸੌਖੇ। ਉਹਨੂੰ ਪਤਾ ਮੈਂ ਚੱਲ ਨਹੀਂ ਸਕਦਾ ਜੇ ਮੈਂ ਪੂਰਾ ਨਹੀਂ ਕਰ ਸਕਦਾ, ਇਸੇ ਲਈ ਕਹਿੰਦਾ ਕਿ ਔਖੇ। ਹਾਲੇਲੂਇਆ ਹਾਲੇਲੂਇਆ। ਹਾਂਜੀ ਬਾਈਬਲ ਅੱਗੇ ਕੀ ਕਹਿੰਦਾ? ਪੜ੍ਹੀਏ ਜੀ। ਮੇਰਾ ਹੁਕਮ ਇਹ ਹੈ, ਮੇਰਾ ਹੁਕਮ ਇਹ ਆ ਭਾਈ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਤੁਸੀਂ ਇੱਕ ਦੂਸਰੇ ਦੇ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਵਸੂਲੀ ਉੱਤੇ ਚੜਨ ਦੀ ਲੋੜ ਨਹੀਂ ਆ, ਤੁਹਾਨੂੰ ਗੋੜੇ ਖਾਣ ਦੀ ਲੋੜ ਨਹੀਂ ਆ, ਤੁਹਾਨੂੰ ਲਹੂ ਬਹਾਉਣ ਦੀ ਲੋੜ ਨਹੀਂ ਆ। ਬਾਈਬਲ ਕਹਿੰਦਾ ਤੁਸੀਂ ਇੱਕ ਦੂਸਰੇ ਦੇ ਨਾਲ ਏਦਾਂ ਪਿਆਰ ਕਰੋ ਜਿੱਦਾਂ ਮੈਂ ਕਿਤੇ ਤੁਹਾਡੇ ਨਾਲ ਪਿਆਰ ਕੀਤਾ। ਕਿ ਅਸੀਂ ਕਰ ਨਹੀਂ ਸਕਦੇ? ਇਹ ਔਖਾ ਕੰਮ। ਬੋਲੋ
ਤੁਸੀਂ ਫਸੇ ਆ ਆਪਣੇ ਸ਼ਬਦਾਂ ਦੇ ਵਿੱਚ। ਤੁਸੀਂ ਕਹਿੰਦੇ ਅਸੀਂ ਔਖੇ ਆ, ਹਾਂ ਕਿ ਅਸੀਂ ਕਰ ਨਹੀਂ ਸਕਦੇ ਆਪਣੇ ਭੈਣ ਭਰਾਵਾਂ ਨੂੰ ਪਿਆਰ ਜਿੱਦਾਂ ਖੁਦਾ ਨੇ ਸਾਨੂੰ ਕੀਤਾ। ਤੁਹਾਨੂੰ ਸਲੀਬ ਦੇ ਉੱਪਰ ਚੜ੍ਹਨ ਦੀ ਲੋੜ ਨਹੀਂ ਹੈ। ਯਿਸੂ ਮਸੀਹ ਨੇ ਕੁਰਬਾਨੀ ਦਿੱਤੀ ਹੈ। ਅੱਜ ਤੁਹਾਨੂੰ ਕਿਹੜੀ ਕੁਰਬਾਨੀ ਦੇਣੀ ਆ? ਉਹ ਵੱਡੀ ਕੁਰਬਾਨੀ ਜਿਹੜੀ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਦੇ ਵਿੱਚ ਆਉਂਦੀ ਪਈ ਹੈ। ਇਹਨੇ ਸਮਝ ਪਾ ਲਿਆ ਜੋ ਸੰਸਾਰਿਕ ਪਾਪ ਵਿੱਚ ਆਉਂਦਾ, ਜੋ ਸੰਸਾਰਿਕ ਪਿਆਰ ਵਿੱਚ ਆਉਂਦਾ, ਜੋ ਸੰਸਾਰਿਕ ਅਭਿਲਾਸ਼ਾਵਾਂ ਵਿੱਚ ਆਉਂਦੀ ਹੈ, ਨਸ਼ਾ ਵਿੱਚ ਆਉਂਦਾ, ਜਿਹਦੇ ਕਰਕੇ ਤੁਹਾਡਾ ਜਿਹੜਾ ਪਿਆਰ ਖਤਮ ਹੋ ਰਿਹਾ ਆ, ਉਹਦੀ ਕੁਰਬਾਨੀ ਦੇਣ ਦੀ ਜ਼ਰੂਰਤ ਹੈ। ਉਹਨੂੰ ਸਰੀਰ ਦੇ ਉੱਪਰ ਚੜਾਉਣ ਦੀ ਜ਼ਰੂਰਤ ਹੈ, ਖੁਦ ਚੜ੍ਹਨ ਦੀ ਜ਼ਰੂਰਤ ਨਹੀਂ ਹੈ। ਯਿਸੂ ਮਸੀਹ ਚੜ੍ਹ ਕੇ ਤੁਹਾਡੇ ਲਈ ਕਹਿੰਦੇ ਮੇਰੀ ਗੱਲ ਸਮਝ ਪਾ। ਕਹਿੰਦੇ ਮੇਰਾ ਹੁਕਮ ਤੁਹਾਨੂੰ ਇਹ ਆ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਹਾਂਜੀ, ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ। ਹਾਂਜੀ, ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਹਾਂਜੀ, ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਹਾਂਜੀ, ਤਾਂ ਤੁਸੀਂ ਮੇਰੇ ਮਿੱਤਰ ਹੋ। ਤਾਂ ਤੁਸੀਂ ਮੇਰੇ ਮਿੱਤਰ। ਤੁਹਾਨੂੰ ਪਤਾ ਇੱਕ ਜਵਾਨ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਵੀ ਉਹ ਗੱਲਾਂ ਸਾਂਝੀਆਂ ਨਹੀਂ ਕਰਦਾ ਜਿਹੜੀਆਂ ਮਿੱਤਰਾਂ ਦੇ ਨਾਲ ਕਰਦਾ, ਸਹੇਲੀਆਂ ਦੇ ਨਾਲ ਕਰਦਾ। ਕੀ ਮੈਂ ਸੱਚ ਬੋਲਦਾ? ਮੈਂ ਹੱਥ ਦੇਖਣਾ ਚਾਹੁੰਦਾ ਕਿ ਮੈਨੂੰ ਪਤਾ ਤਾਂ ਲੱਗੇ ਕਿ ਸੱਚ ਬੋਲਦਾ। ਇੱਕ ਜਵਾਨ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਵੀ ਉਹ ਪਰਸਨਲ ਗੱਲਾਂ ਜਾਂ ਕੁਝ ਇਦਾਂ ਦੀਆਂ ਗੱਲਾਂ ਹੁੰਦੀਆਂ ਆ ਜਿਹੜੀਆਂ ਸਿਰਫ ਮਿੱਤਰਾਂ ਦੇ ਨਾਲ ਹੀ ਸਾਂਝੀਆਂ ਹੁੰਦੀਆਂ ਕਰਦੀਆਂ ਵਿੱਚ। ਹਾਂ, ਕੀ ਮੈਂ ਸੱਚ ਬੋਲਦਾ? ਬੋਲੋ ਫਿਰ ਹਾਲੇਲੂਇਆ, 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 ਹਾਲੇਲੂਇਆ। ਯਿਸੂ ਮਸੀਹ ਕਹਿੰਦੇ ਇਸ ਤੋਂ ਵੱਧ ਕਿਸੇ ਦਾ ਪਿਆਰ ਨਹੀਂ ਹੁੰਦਾ ਕਿ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਤੁਹਾਡੇ ਮਿੱਤਰ ਏਦਾਂ ਦੇ ਹੈਗੇ ਆ? ਹਾਂ, ਬੋਲੋ। ਹਾਂ, ਮਿੱਤਰ ਆ ਕਿ ਸਹੇਲੀ ਆ? ਉਹਨੇ ਪੁੱਛੇ ਰੋਟੀ ਖਾਧੀ ਕਿ ਨਹੀਂ? ਮਾਂ ਪੁੱਛੇ ਦਾ ਪਤਾ ਨਹੀਂ ਲੱਗਦਾ, ਉਹ ਪੁੱਛੇ ਤਾਂ ਫਿਰ ਝੱਟ ਖਾ ਹੋ ਜਾਂਦੀ। ਮਾਫ ਕਰਨਾ, ਗੱਲਾਂ ਸੱਚੀਆਂ ਕਈਆਂ ਨੇ ਚੁੱਪ ਵੀ ਜਾਣੀ। ਉਹ ਜਾਣਦੇ ਨੂੰ ਵੀ ਤਿਆਰ ਹੋ ਜਾਂਦੇ। ਯਿਸੂ ਮਸੀਹ ਕਹਿੰਦੇ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਕਹਿੰਦੇ ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਤਾਂ ਤੁਸੀਂ ਮੇਰੇ ਮਿੱਤਰ ਆ। ਮਿੱਤਰ ਸਿਰਫ ਯਿਸੂ ਮਸੀਹ ਨੇ ਅਬਰਾਹਮ ਨੂੰ ਕਿਹਾ, ਦਾਊਦ ਨੂੰ ਕਿਹਾ, ਬਾਈਬਲ ਦੇ ਵਿੱਚ ਦੇਖੋ ਸ਼ਾਇਦ ਜਦ ਮੈਨੂੰ ਲੱਗਦਾ ਤੁਹਾਨੂੰ ਹੀ ਕਹਿ ਰਹੇ ਆ। ਹਾਲੇਲੂਇਆ, ਹਾਲੇਲੂਇਆ। ਮਿੱਤਰ ਕਹਿਣਾ ਔਰ ਕਹਿਲਾਉਣਾ ਬਹੁਤ ਵੱਡੀ ਗੱਲ ਹੈ ਬਾਈਬਲ ਦੇ ਅਨੁਸਾਰ, ਕਿਉਂਕਿ ਮਿੱਤਰ ਦੇ ਨਾਲ ਅਸੀਂ ਹਰ ਇੱਕ ਗੱਲ ਸਾਂਝੀ ਕਰ ਸਕਦੇ ਹਾਂ। ਤੁਸੀਂ ਦੁਆਵਾਂ ਕਮਰੇ ਦੇ ਵਿੱਚ ਵੜ ਕੇ ਕਰਨਾ ਆਪਣੀ ਪਰਸਨਲ ਪ੍ਰੇਅਰ, ਔਰ ਤੁਸੀਂ ਉਹ ਗੱਲਾਂ ਆਪਣੇ ਮਾਤਾ ਪਿਤਾ ਦੇ ਨਾਲ ਵੀ ਨਹੀਂ ਕਰ ਸਕਦੇ ਜਿਹੜੀਆਂ ਯਿਸੂ ਮਸੀਹ ਦੇ ਨਾਲ। ਹਾਲੇਲੂਇਆ, ਹਾਲੇਲੂਇਆ। ਇਹਨੇ ਸਮਝ ਪਾ ਕਈਆਂ ਦੇ ਲਈ ਇਹ ਵੀ ਔਖਾ ਹੈ ਕਿਉਂਕਿ ਦੁਆ ਨਹੀਂ ਕਰਦੇ। ਉਹ ਜਿਹੜਾ ਹੈਗਾ ਸੰਸਾਰ ਦਾ ਪਰਮੇਸ਼ਵਰ, ਬਾਈਬਲ ਕਹਿੰਦਾ ਸ਼ੈਤਾਨ, ਉਹ ਕਰਨ ਨਹੀਂ ਨਾ ਦਿੰਦਾ ਦੁਆ। ਕਈਆਂ ਲਈ ਇਹ ਵੀ ਹੁਕਮ ਮੰਨਣਾ ਔਖਾ ਹੈ। ਜਿਹੜੇ ਨਹੀਂ ਕਰਦੇ ਉਹਨਾਂ ਲਈ ਔਖਾ ਹੈ, ਜਿਹੜੇ ਕਰਦੇ ਆ ਉਹਨਾਂ ਦੇ ਲਈ ਸੌਖਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਜੇ ਕਹਿੰਦੇ ਤੁਸੀਂ ਮੇਰੇ ਹੁਕਮ ਨੂੰ ਮੰਨਦੇ ਤਾਂ ਤੁਸੀਂ ਮੇਰੇ ਮਿੱਤਰ ਆ। ਹੁਣ ਦੱਸੋ ਵਸੇ ਕਿ ਨਹੀਂ ਵਸੇ ਆਪਣੀ ਗੱਲ ਦੇ ਵਿੱਚ? ਹੁਣ ਜੇ ਮੈਂ ਪੁੱਛਾਂ ਤੁਸੀਂ ਕਿੰਨੇ ਜਣੇ ਯਿਸੂ ਮਸੀਹ ਦੇ ਮਿੱਤਰ ਬਣਨਾ ਚਾਹੁੰਦੇ ਆ ਤੇ ਹੱਥ ਖੜੇ ਕਰੋ। ਕਰੋ ਤਾਂ ਜਦ ਮੇਰਾ ਸਮਝਣ ਕਰਦਾ। ਹਾਂ, ਦੇਖਾ ਜਰਾ ਹੱਥ ਖੜੇ ਕਰੋ। ਬਣਨਾ ਚਾਹੁੰਦਾ ਯਿਸੂ ਮਸੀਹ ਦਾ ਮਿੱਤਰ ਕੋਈ? ਹਾਂ, ਬੜੇ ਇਮਾਨਦਾਰ ਇਹਨਾਂ ਨੂੰ ਪਤਾ ਪਾਸਾ ਨੇ ਹੁਣ ਫਸਣਾ ਹੈ। ਹਾਂ, ਕਰੋ ਜਰਾ ਹੱਥ ਖੜੇ। ਮੈਂ ਦੇਖ ਸੱਚੀ ਗੱਲ, ਸੱਚੀ ਗੱਲ। ਹਾਂ, ਯਿਸੂ ਮਸੀਹ ਦੇ ਮਿੱਤਰ ਬਣਨਾ ਚਾਹੁੰਦੇ? ਹਾਲੇਲੂਇਆ, ਹਾਲੇਲੂਇਆ। ਯਿਸੂ ਮਸੀਹ ਕਹਿੰਦੇ ਆ, ਮੈਂ ਪੜ੍ਹਦੇ ਆ, ਕਹਿੰਦੇ ਮੈਂ ਤੁਹਾਨੂੰ ਹੁਕਮ ਦਿੰਦਾ ਆ, ਲਿਖਿਆ ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਤਾਂ ਤੁਸੀਂ ਮੇਰੇ ਮਿੱਤਰ ਹੋ। ਹਾਂ, ਪਤਾ ਨਹੀਂ ਸਮਝ ਰਹੇ?
ਲੰਬੀ ਯਾਰੀ ਕਿਹਦੇ ਨਾਲ ਚੱਲਦੀ ਹੈ? ਜਦੋਂ ਇੱਕ ਮਨ ਹੋਣ ਦੋਨੋਂ ਜਾਣੇ ਹਨ, ਉਹ ਕਵੇ ਬਾਈਕ ਤੇ ਜਾਣਾ ਤੇ ਦੂਜਾ ਕਵੇ ਹਾਂ ਠੀਕ ਇੱਥੇ ਗੱਡੀ ਮਾਰ, ਉਹ ਯਾਰੀ ਤੇ ਲੰਬੀ ਚੱਲਦੀ ਹੈ। ਮੇਰੀ ਗੱਲ ਸਮਝ ਆ ਰਹੀ ਹੈ? ਜੇ ਮੈਂ ਤੁਹਾਡੀਆਂ ਭਾਸ਼ਾ 'ਚ ਇਸ ਕਿਸਮ ਸਮਝਾਉਂਦਾ ਤਾਂ ਤੁਹਾਨੂੰ ਸਮਝ ਆ ਜਾਵੇ। ਤੇ ਯਿਸੂ ਮਸੀਹ ਦੇ ਨਾਲ ਜਦੋਂ ਇੱਕ ਮਨ ਹੋ ਜਾਵਾਂਗੇ ਨਾ, ਤੇ ਫਿਰ ਤੁਹਾਨੂੰ ਸੌਖੇ ਲੱਗਣੇ ਉਹਦੇ ਵਚਨਾਂ ਨੂੰ ਪੂਰਾ ਕਰਨਾ, ਉਹਦੇ ਹੁਕਮਾਂ ਨੂੰ ਪੂਰਾ ਕਰਨਾ ਤੁਹਾਨੂੰ ਸੌਖਾ ਲੱਗਣਾ ਹੈ। ਫਿਰ ਤੁਸੀਂ ਉਹਦੇ ਮਿੱਤਰ ਕਹਿਲਾ ਸਕਦੇ ਆ, ਉਹਦੇ ਦੋਸਤ ਕਹਿਲਾ ਸਕਦੇ ਆ। ਹਾਂਜੀ ਪੜ੍ਹੀਏ ਅੱਗੇ, ਕੰਟੀਨਿਊ ਕਰੀਏ। ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ, ਹਾਂਜੀ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹਦਾ ਮਾਲਕ ਕੀ ਕਰਦਾ ਹੈ। ਹਾਂਜੀ ਪਰ ਮੈਂ ਤੁਹਾਨੂੰ ਮਿੱਤਰ ਕਰਕੇ ਆਖਿਆ ਹੈ, ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਹਾਂਜੀ ਸੋ ਸਭ ਤੁਹਾਨੂੰ ਦੱਸ ਦਿੱਤਾ। ਕਿਉਂਕਿ ਕਹਿੰਦੇ ਮੈਂ ਤੁਹਾਨੂੰ ਹੁਣ ਦਾਸ ਨਹੀਂ ਆਖਾਂਗਾ, ਕਿਉਂਕਿ ਦਾਸ ਨੂੰ ਨਹੀਂ ਪਤਾ ਉਹਦੇ ਮਾਲਕ ਦੇ ਕੋਲੋਂ ਕੀ ਹੈਗਾ ਤੇ ਉਹ ਕੀ ਕਰਦਾ ਪਿਆ ਆ, ਕੀ ਕਰ ਚੁੱਕਾ ਤੇ ਕੀ ਕਰਨਾ ਹੈ ਉਹਨੇ। ਨੌਕਰ ਨੂੰ ਨਹੀਂ ਪਤਾ ਉਹਦੇ ਮਾਲਕ ਨੇ ਕੀ ਕਰਨਾ। ਤੁਹਾਨੂੰ ਪਤਾ ਤੁਹਾਡੇ ਮਾਲਕ ਨੇ ਕੀ ਕਰਨਾ ਕੰਮ? ਹਾਂ डिमोशन करनी है प्रमोशन करनी है, कैसे नो नहीं पता। पर यीशु मसीह के जैसे भी मैं तो कहता हूं क्योंकि मैं तो सब कुछ पढ़ा। हालेलुया हालेलुया हालेलुया। हाँ जी पढ़िए जरा, कंटिन्यू करिए आगे। ਤੁਸੀਂ ਮੈਨੂੰ ਨਹੀਂ ਚੁਣਿਆ, ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਆ ਅਤੇ ਤੁਹਾਨੂੰ ਠਹਿਰਾਇਆ ਸੀ, ਔਰ ਤੁਹਾਨੂੰ ਠਹਿਰਾਇਆ ਸੀਗਾ ਜੋ ਤੁਸੀਂ ਜਾ ਕੇ ਫਲਦਾਰ ਹੋਵੋ, ਕਿ ਤੁਸੀਂ ਜਾ ਕੇ ਫਲਦਾਰ ਹੋਵੋ ਔਰ ਅਤੇ ਤੁਹਾਡਾ ਫਲ ਕਾਇਮ ਰਹੇ। ਤੁਹਾਡਾ ਫਲ ਕਾਇਮ ਰਹੇ। ਤੇ ਤੁਹਾਡਾ ਫਲ ਕਿੱਥੇ ਆ? ਬਾਈਬਲ ਕਹਿੰਦਾ ਤੁਸੀਂ ਮੈਨੂੰ ਨਹੀਂ ਬਲਕਿ ਮੈਂ ਤੁਹਾਨੂੰ ਚੁਣਿਆ, ਮੈਂ ਤੁਹਾਨੂੰ ਚਰਚ 'ਚ ਲੈ ਕੇ ਆਇਆ, ਮੈਂ ਤੁਹਾਨੂੰ ਛੁਟਕਾਰਾ ਦਿੱਤਾ, ਮੈਂ ਤੁਹਾਨੂੰ ਫ੍ਰੀ ਕੀਤਾ, ਮੈਂ ਤੁਹਾਨੂੰ ਆਜ਼ਾਦ ਕੀਤਾ ਤਾਂ ਜੋ ਤੁਸੀਂ ਫਲਦਾਰ ਹੋਵੋ ਔਰ ਤੁਹਾਡਾ ਫਲ ਕਾਇਮ ਵੀ ਰਵੇ। ਔਰ ਅੱਜ ਤੁਹਾਡਾ ਫਲ ਕਿੱਥੇ ਹੈ? ਅੱਜ ਪਵਿੱਤਰ ਆਤਮਾ ਕਿੱਥੇ ਹੈ? ਅੱਜ 2-2 ਘੰਟੇ ਵਾਲੀ ਦੁਆ ਕਿੱਥੇ ਆ? ਅੱਜ 2-2 ਘੰਟੇ ਬਾਈਬਲ ਪੜ੍ਹਨ ਵਾਲਾ ਟਾਈਮ ਕਿੱਥੇ ਆ? ਕਿੱਥੇ ਆ ਉਹ ਫਲ? ਕਿੰਨੇ ਮੇਰੀ ਗੱਲ ਨੂੰ ਸਮਝ ਪਾਏ? ਇਹਦੇ ਤੁਸੀਂ ਮੈਨੂੰ ਨਹੀਂ ਚੁਣਿਆ, ਇਹਦੇ ਮੈਂ ਤੁਹਾਨੂੰ ਚੁਣਿਆ ਆ। ਇਸ ਲਈ ਚੁਣਿਆ ਆ ਕਿ ਤੁਸੀਂ ਬਹੁਤਾ ਫਲ ਲੈ ਕੇ ਆਓ ਔਰ ਤੁਹਾਡਾ ਫਲ ਜਿਹੜਾ ਕਾਇਮ ਰਹੇ। ਸਾਡਾ ਫਲ ਕਿੱਥੇ? ਚੋਰੀ ਹੋ ਗਿਆ। ਸਾਡੀ ਆਸ਼ੀਸ਼ ਕਿੱਥੇ ਆ? ਚੋਰੀ ਹੋ ਗਈ। ਸਾਡਾ ਜੋ ਖੁਦਾ ਦੇ ਨਾਲ ਪਿਆਰ ਸੀਗਾ ਕਿੱਥੇ ਚਲਾ ਗਿਆ? ਔਰ ਅੱਜ ਤੁਸੀਂ ਕਹਿੰਦੇ ਖੁਦਾ ਦੇ ਵਚਨ ਪੂਰੇ ਕਰਨੇ ਔਖੇ ਆ। ਤੁਸੀਂ ਸਹੀ ਆਪਣੀ ਜਗ੍ਹਾ ਤੇ ਹੋ, ਕਿਉਂਕਿ ਤੁਹਾਡੇ ਅੰਦਰ ਅੱਗ ਨਹੀਂ ਹੈ, ਤੁਹਾਡੇ ਅੰਦਰ ਪਿਆਰ ਨਹੀਂ ਹੈ, ਕਿਉਂਕਿ ਤੁਸੀਂ ਉਹਦੇ ਕਰੂਸ ਦੇ ਦੁੱਖਾਂ ਨੂੰ ਭੁੱਲ ਗਏ, ਤੁਸੀਂ ਉਹਦੇ ਕੋੜਿਆਂ ਨੂੰ ਭੁੱਲ ਗਏ, ਤੁਸੀਂ ਉਹਦੇ ਕੰਢਿਆਂ ਦੇ ਦਾਂਚ ਨੂੰ ਭੁੱਲ ਗਏ, ਤੁਸੀਂ ਉਹਦੇ ਹੱਥਾਂ ਪੈਰਾਂ 'ਚ ਟੋਕੇ ਕੇ ਕਿੱਲਾਂ ਨੂੰ ਭੁੱਲ ਗਏ। ਤਾਂ ਹੀ ਉਹ ਕਹਿੰਦੇ ਉਹਦੇ ਵਚਨ ਪੂਰੇ ਕਰਨੇ ਔਖੇ। ਔਰ ਜਿਹੜਾ ਯਾਦ ਰੱਖਦਾ ਆ ਉਹ ਅੱਜ ਵੀ ਕਹਿੰਦਾ ਔਰ ਕੱਲ ਵੀ ਕਹੇਗਾ ਕਿ ਖੁਦਾ ਦੇ ਵਚਨ ਪੂਰੇ ਕਰਨੇ ਸੌਖੇ ਆ। ਬੋਲੋ ਹਾਲੇਲੂਇਆ ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਕਹਿੰਦੇ ਤੁਸੀਂ ਮੈਨੂੰ ਨਹੀਂ ਬਲਕਿ ਮੈਂ ਤੁਹਾਨੂੰ ਚੁਣਿਆ ਆ, ਇਸ ਲਈ ਚੁਣਿਆ ਔਰ ਇਸ ਲਈ ਠਹਿਰਾਇਆ ਆ ਕਿ ਤੁਸੀਂ ਫਲਦਾਰ ਹੋਵੋ, ਤੁਹਾਡਾ ਫਲ ਜਿਹੜਾ ਕਾਇਮ ਰਵੇ, ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਦੇ ਕੋਲੋਂ ਮੰਗੋ ਸੋ ਤੁਹਾਨੂੰ ਉਹ ਦੇ ਦੇਵੇਗਾ। ਸਾਰੀ ਕਰਨੀ ਸੀ ਆਮੀਨ। ਕਿੰਨੇ ਸਮਝ ਪਾਏ? ਪਹਿਲਾਂ ਚੁਣੇ ਜਾਣ ਦੇ ਉੱਪਰ ਖੜੇ ਰਹਿਣਾ, ਫਿਰ ਠਹਿਰਾਏ ਜਾਣ ਦੇ ਉੱਪਰ ਖੜੇ ਰਹਿਣਾ, ਫਿਰ ਫਲਦਾਰ ਹੋਣ ਤੇ ਖੜੇ ਰਹਿਣਾ, ਫਿਰ ਫਲ ਕਾਇਮ ਰੱਖੇ ਜਾਣ ਦੇ ਉੱਪਰ ਖੜੇ ਰਹਿਣਾ। ਤੇ ਬਾਈਬਲ ਕਹਿੰਦਾ ਯਿਸੂ ਮਸੀਹ ਦੇ ਮੂੰਹ ਚੋਂ ਨਿਕਲੇ ਸ਼ਬਦ ਕਹਿੰਦੇ ਮੇਰੇ ਪਿਤਾ ਤੋਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਉਹ ਸੋਈ ਤੁਹਾਨੂੰ ਦੇਵੇਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਵਚਨ ਪੜ੍ਹਨਾ ਬੜਾ ਸੌਖਾ, ਤਸੱਲੀ ਬੜੀ ਦਿੰਦਾ, ਔਰ ਇਹਨੂੰ ਆਪਣੇ ਜ਼ਿੰਦਗੀ 'ਚ ਲੈ ਕੇ ਆਉਣਾ ਬੜਾ ਔਖਾ ਹੈ। ਉੱਥੇ ਤੱਕ ਤਾਂ ਪੜ੍ਹਨਾ ਠੀਕ ਹੈ ਜੋ ਮੈਂ ਪੜ੍ਹਾਇਆ ਤੁਹਾਨੂੰ, ਪਰ ਇਹਨੂੰ ਅਗਰ ਤੁਸੀਂ ਪ੍ਰੈਕਟੀਕਲ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਇਹਨੂੰ ਬੜਾ ਔਖਾ। ਕਹਿੰਦਾ ਚੁਣੇ ਜਾਂਦੇ ਉੱਪਰ, ਠਹਿਰਾਏ ਜਾਂਦੇ ਉੱਪਰ, ਫਲਦਾਇਕ ਹੋਣ ਦੇ ਉੱਪਰ ਔਰ ਫਲ ਕਾਇਮ ਰੱਖਣ ਦੇ ਉੱਪਰ। ਕਿਉਂ ਲਿਖਿਆ? ਕਿਉਂਕਿ ਪਤਾ ਹੈ ਆਪਾਂ ਨੂੰ ਕਾਇਮ ਰੱਖਣ ਵਾਲੇ ਸਾਰੇ ਨਹੀਂ, ਫਲਦਾਰ ਹੋਣ ਵਾਲੇ ਸਾਰੇ ਨਹੀਂ। ਇਸੇ ਲਈ ਲਿਖਿਆ ਹੋਇਆ ਕਹਿੰਦਾ ਫਿਰ ਮੇਰਾ ਨਾਮ ਲੈ ਕੇ ਕਹਿੰਦੇ ਪਿਤਾ ਦੇ ਕੋਲੋਂ ਜੋ ਕੁਝ ਮੰਗੋਗੇ ਉਹ ਸੋਈ ਤੁਹਾਨੂੰ ਕੀ ਕਰੇਗਾ? ਦੇ ਦੇਵੇਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹਨੇ ਸਮਝ ਪਾਈ? ਸਮਝ ਆ ਰਹੀ ਹੈ? ਔਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੜੋ, ਚੁਣੇ ਜਾਣ ਦੇ ਉੱਪਰ ਗੌਰ ਕਰੋ, ਠਹਿਰਾਏ ਜਾਣ ਦੇ ਉੱਪਰ ਧਿਆਨ ਦਿਓ,
फलदार होने के ऊपर वेट करो या ध्यान दो और कायम रखो उन्हें ते मंगो खुदा दे कोलों क्यों नहीं देगा वचन पूरे करने सौखे हैं कि नहीं सौखे पढ़ने वाले बच्चे दे लिए पास होना औखा नहीं पर ना पढ़ने वाले दे लेकर तो मार्क नहीं देता सब्जेक्ट बड़े औखे हैं 10वीं की पढ़ाई बड़ी औखी हो गई है ना पढ़ने वाले और जेड़ा पढ़ने वाला है ਉਹਦੇ ਲਈ ਹਰ ਕੋਈ ਸੌਖਾ ਹੈ ਕਿੰਨੇ ਸਮਝ ਪਾ ਰਹੇ ਮੇਰੀ ਗੱਲ ਬੋਲੋ ਹਾਲੇਲੂਇਆ 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 ਅੱਜ ਕੰਟੀਨਿਊ ਕਰੀਏ ਜ਼ਰਾ 4 ਨੰਬਰ ਅਸੀਂ ਵਰਸ ਦੇ ਵਿੱਚ ਜਾਣਾ ਹੈ ਲੂਕਾ ਦੀ ਅੰਜੀਲ ਉਹਦਾ 10 ਨੰਬਰ ਹੈ ਉੱਪਰੋਂ ਪਾਣੀ ਲੱਗਣ ਲੱਗ ਗਿਆ ਜਾ ਰਿਹਾ ਅੰਦਰ ਗ੍ਰਹਿਣ ਹੋ ਰਿਹਾ ਆ ਓਕੇ लूका दी अंजील ओदा 10 नंबर अध्याय और ओदा 38 नंबर पंक्ति तो 42 नंबर पंक्ति तक पढ़ना है मैं क्लियर करना है आखिरी वर्ष दे विच फिर तुसी दस्सियो फिर कि तुसी सही सीगे कि गलत सीगे हां जी पढ़िए जरा सानू क्यों औखे लगदे आ क्योंकि ਅਸੀਂ ਸੰਸਾਰਕ ਰੁਝੇਵਿਆਂ ਦੇ ਵਿੱਚ ਰੁੱਝੇ ਪਏ ਕਿਉਂਕਿ ਅਸੀਂ ਆਪਣੇ ਸਰੀਰ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਰੁੱਝੇ ਪਏ ਆ ਤੇ ਬਾਈਬਲ ਕੁਝ ਹੋਰ ਕਹਿੰਦਾ ਅਸੀਂ ਕੁਝ ਹੋਰ ਹੀ ਕਰੀ ਜਾਂਦੇ ਪਏ ਆ ਇਸੇ ਲਈ ਸਾਨੂੰ ਔਖੇ ਲੱਗਦੇ ਹਾਂਜੀ ਪੜੋ ਜਰਾ ਲੂਕਾ ਦੀ ਅੰਜੀਲ ਉਹਦਾ 10 ਨੰਬਰ ਅਧਿਆਇ ਔਰ ਉਹਦਾ 38 ਨੰਬਰ ਪੰਕਤੀ ਹਾਂਜੀ ਫਿਰ ਜਾ ਉਹ ਚੱਲੇ ਜਾਂਦੇ ਸਨ ਹਾਂ ਤਾਂ ਉਹ ਇੱਕ ਪਿੰਡ ਜਾ ਵੜਿਆ ਕੌਣ ਯਿਸੂ ਮਸੀਹ ਹਾਂਜੀ ਇੱਕ ਪਿੰਡ 'ਚ ਜਾ ਵੜੇ ਆਪਣੇ ਚੇਲਿਆਂ ਦੇ ਨਾਲ ਅਤੇ ਮਾਰਥਾ ਨਾਮ ਦੀ ਇੱਕ ਜਨਾਨੀ ਇੱਕ ਔਰਤ ਦਾ ਨਾਮ ਮਾਰਥਾ ਸੀਗਾ ਉਹਦੇ ਘਰ ਦੇ ਵਿੱਚ ਰੁਕੇ ਅਤੇ ਮਰੀਮ ਕਰਕੇ ਉਹਦੀ ਇੱਕ ਭੈਣ ਸੀ ਔਰ ਮਾਰਥਾ ਦੀ ਭੈਣ ਸੀਗੀ ਉਹਦਾ ਨਾਮ ਸੀਗਾ ਮਰੀਮ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਹਦਾ ਵਚਨ ਸੁਣਦੀ ਸੀ ਬੋਲੋ ਹਾਲੇਲੂਇਆ 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 ਕਹਿੰਦੇ ਉਹ ਯਿਸੂ ਮਸੀਹ ਦੇ ਕਦਮਾਂ ਦੇ ਵਿੱਚ ਬਹਿ ਕੇ ਚਰਨਾਂ ਦੇ ਵਿੱਚ ਬਹਿ ਕੇ ਕੀ ਕਰਦੀ ਪਈ ਸੀ ਕੀ ਕਰਦੀ ਸੀ ਔਰ ਵਚਨ ਦੀ ਪਿਆਸ ਦੇਖੋ ਔਰ ਉਹ ਕਹਿ ਸਕਦੀ ਹੈ ਕਿ ਖੁਦਾ ਨੇ ਵਚਨ ਨੂੰ ਪੂਰੇ ਕਰਨੇ ਸੌਖੇ ਆ ਕਿਉਂ ਉਹਦੀ ਪਿਆਸ ਦੇਖੋ ਉਹਦੀ ਲਗਨ ਦੇਖੋ ਗ੍ਰਹਿਣ ਕਰਨ ਦੀ ਇੱਛਾ ਦੇਖੋ ਔਰ ਮਾਰਥਾ ਹੈ ਉਹ ਕਹਿ ਸਕਦੀ ਆ ਔਖੇ ਆ ਖੁਦਾ ਦੇ ਵਚਨ ਪੂਰੇ ਕਰਨੇ ਕਿਉਂ ਕਿਉਂਕਿ ਉਹ ਰਸੋਈ ਦੇ ਵਿੱਚ ਵੜੀ ਪਈ ਆ ਉਹ ਸੰਸਾਰਿਕ ਕੰਮਾਂ ਦੇ ਵਿੱਚ ਲੱਗੀ ਪਈ ਆ ਉਹ ਬੜੇ ਬੋਝ ਦੇ ਹੇਠ ਦੱਬੀ ਪਈ ਆ ਜਿੱਦਾਂ ਅਸੀਂ ਆ ਹਾਂਜੀ ਪੜਿਓ ਜਰਾ ਫਿਰ ਪਤਾ ਲੱਗੇਗਾ ਸਾਰਿਆਂ ਹਾਂਜੀ ਪਰ ਮਾਰਥਾ ਵੱਡੀ ਟਹਿਲ ਤੋਂ ਘਬਰਾ ਗਈ ਮਾਰਥਾ ਵੱਡੀ ਸੇਵਾ ਕਰਨ ਤੋਂ ਘਬਰਾ ਗਈ ਕਿਉਂਕਿ ਯਿਸੂ ਮਸੀਹ ਇਕੱਲੇ ਨਹੀਂ ਸੀ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸੀਗੇ ਹਾਂਜੀ ਅਤੇ ਉਹਦੇ ਕੋਲ ਆਣ ਕੇ ਬੋਲੀ ਉਹ ਕੋਲ ਆਣ ਕੇ ਬੋਲੀ ਪ੍ਰਭੂ ਜੀ ਤੈਨੂੰ ਕੋਈ ਚਿੰਤਾ ਨਹੀਂ ਕਹਿੰਦੀ ਪ੍ਰਭੂ ਜੀ ਤੈਨੂੰ ਕੋਈ ਚਿੰਤਾ ਨਹੀਂ ਆ ਜੋ ਮੇਰੀ ਭੈਣ ਨੂੰ ਮੈਨੂੰ ਟਹਿਲ ਕਰਨ ਲਈ ਇਕੱਲੀ ਛੱਡਿਆ ਕਿ ਹੈ ਮੇਰੀ ਭੈਣ ਨੇ ਮੈਨੂੰ ਸੇਵਾ ਕਰਨ ਦੇ ਲਈ ਇਕੱਲੀ ਛੱਡ ਦਿੱਤਾ ਆ ਉਹਨੂੰ ਕਹਿ ਵੀ ਉਹਨੂੰ ਕਹਿ ਕਿ ਮੇਰੀ ਮਦਦ ਵੀ ਕਰੇ ਮੇਰੀ ਮਦਦ ਕਰੇ ਪਰ ਪ੍ਰਭੂ ਨੇ ਉਹਨੂੰ ਉੱਤਰ ਦਿੱਤਾ ਪ੍ਰਭੂ ਨੇ ਉਹਨੂੰ ਉੱਤਰ ਦਿੱਤਾ ਮਾਰਥਾ ਮਾਰਥਾ ਇਹ ਮਾਰਥਾ ਤੂੰ ਬਹੁਤੀਆਂ ਅਵਸਥਾ ਦੀ ਚਿੰਤਾ ਕਰਦੀ ਤੇ ਘਬਰਾਉਂਦੀ ਹੈ ਤੂੰ ਬਹੁਤੀਆਂ ਅਵਸਥਾ ਦੀ ਚਿੰਤਾ ਕਰਦੀਆਂ ਤੇ ਘਬਰਾਉਂਦੀਆਂ ਪਰ ਇੱਕ ਗੱਲ ਦੀ ਲੋੜ ਹੈ ਪਰ ਇੱਕ ਗੱਲ ਦੀ ਤੈਨੂੰ ਜ਼ਰੂਰਤ ਆ ਹਾਂਜੀ ਮਰੀਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਹੈ ਮਰੀਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਆ ਜੋ ਉਸ ਤੋਂ ਖੋਇਆ ਨਾ ਜਾਵੇਗਾ ਬੋਲੋ ਹਾਲੇਲੂਇਆ 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 ਤੁਹਾਡੇ ਕੋਲੋਂ ਵੀ ਤੁਹਾਡਾ ਪਵਿੱਤਰ ਆਤਮਾ ਕਦੀ ਖੋਇਆ ਨਹੀਂ ਜਾ ਸਕਦਾ ਸੀ ਕਿਉਂ ਖੋਇਆ ਗਿਆ ਕਿਉਂਕਿ ਸਾਡੀ ਵਚਨ ਦੇ ਨਾਲ ਲਗਨ ਘਟ ਗਿਆ ਵਚਨ ਦੇ ਨਾਲ ਸਾਡਾ ਸਮੇਂ ਘਟ ਗਿਆ ਸਾਡੇ ਵਰਦਾਨ ਖੋ ਹੋ ਗਏ ਸਾਡਾ ਅਭਿਸ਼ੇਕ ਸਾਡੇ ਕੋਲੋਂ ਖੋ ਹੋ ਗਿਆ ਪਵਿੱਤਰ ਆਤਮਾ ਦਾ ਮਸਾ ਸਾਡੇ ਕੋਲੋਂ ਖੋ ਹੋ ਗਿਆ ਉਹਦਾ ਕਾਰਨ ਕੀ ਆ ਕਿਉਂਕਿ ਸਾਡੇ ਵਚਨ ਦੇ ਨਾਲ ਲਗਨ ਨਹੀਂ ਔਰ ਮਰੀਮ ਦੀ ਲਗਨ ਦੇਖੋ ਵਚਨ ਦੇ ਨਾਲ ਉਹ ਖੁਦਾ ਦੇ ਕਦਮਾਂ 'ਚ ਬਹਿ ਕੇ ਖੁਦਾ ਦੇ ਕੋਲੋਂ ਗ੍ਰਹਿਣ ਕਰਨ ਵਾਲੀਆਂ ਗੱਲਾਂ ਸੁਣਦੀ ਹੈ ਬੋਲੋ ਹਾਲੇਲੂਇਆ ਔਰ ਮਾਰਥਾ ਘਬਰਾ ਕੇ ਜ਼ਿਆਦਾ ਨਹਿਰ ਕਰ ਤੋਂ ਜ਼ਿਆਦਾ ਸੇਵਾ ਕਰ ਔਰ ਕਹਿੰਦੀ ਪ੍ਰਭੂ ਤੈਨੂੰ ਚੇਤਾ ਨਹੀਂ ਕਿ ਮੇਰੀ ਭੈਣ ਨੇ ਮੈਨੂੰ ਕੱਲਿਆ ਛੱਡ ਦਿੱਤਾ ਰਸੋਈ ਦੇ ਵਿੱਚ ਇੰਨਾ ਕੰਮ ਪਿਆ ਔਰ ਇੰਨੇ ਜਾਣਿਆਂ ਦਾ ਖਾਣਾ ਬਣਾਉਣਾ ਹੈ ਤੇ ਯਿਸੂ ਮਸੀਹ ਕਹਿੰਦੇ ਮਾਰਥਾ ਇਹ ਮਾਰਥਾ ਤੂੰ ਬਹੁਤੀਆਂ ਗੱਲਾਂ ਦੇ ਕੀ ਕਰਨੀਆਂ ਜਿੱਦਾਂ ਅਸੀਂ ਕਰਦੇ ਆ ਆ ਵੀ ਕਿਸ ਤੋਂ ਭਰਨੀ ਉਹ ਵੀ ਕਿਸ ਤੋਂ ਭਰਨੀ ਅਗਲੀ ਵਾਰੀ ਦਸਵੰਧ ਦੇ ਦੇਣਗੇ ਕੋਈ ਨਹੀਂ ਖੁਦਾ ਜਾਣਦਾ ਮਜਬੂਰੀ ਉਹਨੇ ਜੇ ਹੁਕਮ ਦਿੱਤਾ ਉਹ ਹੁਕਮਾਂ ਨੂੰ ਨਹੀਂ ਜਾਣਦਾ ਇਹਨੇ ਮੇਰੀ ਗੱਲ ਨੂੰ ਸਮਝ ਪਾ ਲਿਆ
ਤੁਹਾਨੂੰ ਤੁਹਾਡਾ ਰਸੋਈ ਘਰ ਦਿਖਦਾ ਆ, ਉਹਨੂੰ ਬਥੇਰੇ ਦਾ ਰਸੋਈ ਘਰ ਦਿਖਦਾ ਹੈ। ਇਹਨੇ ਸਮਝ ਪਾ ਖੁਦਾ ਨੇ, ਮੈਂ ਨਹੀਂ ਬਾਈਬਲ ਚ ਪੜਿਆ ਕਿ ਉਹਨੇ ਕਿਹਾ ਕਿ ਬਿਨਾਂ ਸਮਝ ਤੋਂ ਕੰਮ ਕਰੋ। ਉਹ ਕਹਿੰਦਾ ਜੇ ਕੋ ਸਮਝ ਦਾ ਘਾਟਾ ਉਹ ਮੇਰੇ ਕੋਲੋਂ ਮੰਗੇ। ਜੇ ਆਪਾਂ ਜ਼ਿਆਦਾ ਚੀਜ਼ਾਂ ਕਿਸ਼ਤਾਂ ਤੇ ਲੈ ਲਵਾਂਗੇ ਤੇ ਫਿਰ ਅਸੀਂ ਖੁਦਾ ਨੂੰ ਕਹਿ ਨਹੀਂ ਸਕਦੇ ਪ੍ਰਭੂ ਮੈਂ ਫਸ ਗਿਆ ਤੇ ਮੈਨੂੰ ਕੱਢ। ਕਿੰਨੇ ਮੇਰੀ ਗੱਲ ਨੂੰ ਸਮਝ ਪਾਏ? ਜੇ ਇਨਕਮ 10,000 ਹੈ ਤੇ ਤੁਸੀਂ 15,000 ਦਾ ਕਰਜ਼ਾ ਫੜ ਲਓ ਤੇ ਤੁਸੀਂ ਖੁਦਾ ਨੂੰ ਨਹੀਂ ਕਹਿ ਸਕਦੇ ਪ੍ਰਭੂ ਮੈਨੂੰ ਆਜ਼ਾਦ ਕਰ। ਕਿੰਨੇ ਮੇਰੀ ਗੱਲ ਨੂੰ ਸਮਝ ਪਾਏ? ਖੁਦਾ ਨੇ ਸਮਝ ਦਿੱਤੀ ਹੈ। ਇਹ ਮੈਂ ਸੱਚ ਬੋਲਦਾ। ਫਿਰ ਕਹਿੰਦਾ ਅਸੀਂ ਤੁਹਾਨੂੰ ਪਤਾ ਨਹੀਂ ਸ਼ੈਤਾਨ ਦੀ ਚਾਲ ਹੁੰਦੀ ਹੈ। ਅਗਰ ਤੁਸੀਂ ਇਹਦੇ ਉੱਪਰ ਧਿਆਨ ਕਰੋਗੇ ਤੇ ਕੋ ਸਟੱਡੀ ਕਰੋ ਤੁਹਾਨੂੰ ਫਿਰ ਪਤਾ ਲੱਗਦਾ। ਕਿਉਂਕਿ ਉਹ ਤੁਹਾਡੇ ਫਾਈਨਾਂਸ ਨੂੰ ਬਲੈਸ ਨਹੀਂ ਕਰਨਾ ਚਾਹੁੰਦਾ। ਸ਼ੈਤਾਨ ਨਹੀਂ ਚਾਹੁੰਦਾ ਕਿ ਤੁਸੀਂ ਬਲੇਸਿੰਗਸ ਨੂੰ ਹਾਸਲ ਕਰੋ, ਤੁਹਾਡਾ ਫਾਈਨਾਂਸ ਬਲੈਸ ਹੋਵੇ, ਤੁਹਾਡੀ ਸੇਵਿੰਗ ਹੋਵੇ, ਤੁਹਾਡਾ ਆਉਣ ਵਾਲਾ ਟਾਈਮ ਬਲੈਸ ਹੋਵੇ। ਉਹਨੂੰ ਪਤਾ ਹੈ ਕਿ ਇਹਨੇ ਜਦੋਂ 10ਵਾਂ ਹਿੱਸਾ ਦੇਣਾ ਆ ਇਹ ਬਲੇਸਿੰਗਸ ਦੇ ਦਰਵਾਜ਼ੇ ਜਿਹੜੇ ਖੁੱਲ ਜਾਣੇ। ਕਿਉਂਕਿ ਬਾਈਬਲ ਕਹਿੰਦਾ ਤੂੰ ਮੈਨੂੰ ਦੇਖ ਕੇ ਫਿਰ ਕਰ ਕੇ ਦੇਖ ਮੈਂ ਕਿੱਦਾਂ ਕਾਸ਼ ਦੇ ਝਰੋਖੇ ਤੇਰੇ ਲਈ ਖੋਲ੍ਹਾਂਗਾ ਔਰ ਤੈਨੂੰ ਇੰਨੀ ਬਰਕਤ ਦਵਾਂਗਾ ਤੇਰੇ ਕੋਲ ਰੱਖਣ ਨੂੰ ਥਾਂ ਨਾ ਹੋਵੇਗਾ। ਔਰ ਅਸੀਂ ਦੇ ਨਹੀਂ ਰਹੇ ਔਰ ਝਰੋਖੇ ਕਿੱਦਾਂ ਬਣੇ। ਬੋਲੋ ਅਸੀਂ ਚਾਹੁੰਦਾ ਹਰ ਕੋਈ ਇਹ ਸਾਨੂੰ ਮਿਲੇ, ਚਾਹੁੰਦਾ ਹਰ ਕੋਈ ਇਹ ਸਾਡੀ ਸੈਲਰੀ ਇਨਕਰੀਜ਼ ਹੋਵੇ, ਚਾਹੁੰਦਾ ਹਰ ਕੋਈ ਇਹ ਸਾਡਾ ਬਿਜ਼ਨਸ ਵਧੇ, ਪਰ ਖੁਦਾ ਦੇ ਵਚਨ ਪੂਰੇ ਕਰਨੇ ਸੌਖੇ ਆ ਔਖੇ ਆ? ਬੋਲੋ ਸੌਖੇ ਆ ਕਿ ਔਖੇ ਆ? ਸੌਖੇ ਆ ਪਰ ਅਸੀਂ ਨਹੀਂ ਕਰਦੇ ਪੂਰੇ ਤਾਂ ਸਾਨੂੰ ਔਖੇ ਲੱਗਦੇ ਆ। ਬੋਲੋ ਹਾਲੇਲੂਇਆ। ਖੁਦਾ ਉਸ ਸਮੇਂ ਤੁਹਾਡੇ ਉੱਪਰ ਪੂਰੀ ਨਜ਼ਰ ਰੱਖਦਾ ਹੈ ਜਦੋਂ ਤੁਹਾਡਾ ਮਨ ਦੋ ਤਰ੍ਹਾਂ ਦੀਆਂ ਗੱਲਾਂ ਸੋਚਦਾ ਹੁੰਦਾ, ਦਈਏ ਜਾਂ ਨਾ ਦਈਏ, ਕਰੀਏ ਜਾਂ ਨਾ ਕਰੀਏ। ਸਮਝ ਪਾ ਰਹੇ ਮੇਰੀ ਗੱਲ? ਉਦੋਂ ਖੁਦਾ ਦੀ ਨਜ਼ਰ ਤੁਹਾਡੇ ਉੱਪਰ ਹੁੰਦੀ ਹੈ ਕਿ ਤੁਹਾਡਾ ਪਿਆਰ ਕਿੱਧਰ ਨੂੰ ਆ, ਤੁਹਾਡਾ ਪਿਆਰ ਕਿੱਧਰ ਨੂੰ ਆ। ਉਸ ਸਮੇਂ ਖੁਦਾ ਦੀ ਨਜ਼ਰ ਤੁਹਾਡੇ ਉੱਪਰ ਪ੍ਰੋਪਰਲੀ ਹੁੰਦੀ ਆ ਕਿ ਹੁਣ ਮੇਰਾ ਬੱਚਾ ਕਿੱਧਰ ਨੂੰ ਝੁਕਦਾ, ਮੇਰੇ ਵੱਲ ਨੂੰ ਜਾਂ ਸੰਸਾਰਕ ਜ਼ਰੂਰਤਾਂ ਵੱਲ। ਉੱਥੇ ਗੌਰ ਹੁੰਦੀ ਆ, ਉੱਥੇ ਧਿਆਨ ਹੁੰਦਾ, ਤਾਂ ਬਰਕਤਾਂ ਮਿਲਦੀਆਂ। ਵਿਧਵਾ ਨੇ 2 ਦੰਬੜੀਆਂ ਸੀਗੀਆਂ, ਉਹਨੇ ਉਹੀ ਪਾ ਦਿੱਤੀਆਂ। ਕਦੇ ਖੁਦਾ ਦੀ ਨਜ਼ਰ ਇੱਧਰ ਉੱਧਰ ਸੀਗੀ, ਕਿੱਧਰ ਸੀਗੀ? ਉਹਦੇ ਹੱਥ ਦੇ ਉੱਪਰ ਹੀ ਸੀ ਔਰ ਉਹ ਉੱਥੇ ਹੀ ਉਹਨੇ ਬਲੇਸਿੰਗਸ ਹਾਸਲ ਕਰਨੀ। ਕੀਤੀ ਕਿ ਨਹੀਂ ਕੀਤੀ? ਬੋਲੋ ਬੋਲੋ ਹਾਲੇਲੂਇਆ 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 ਹਾਲੇਲੂਇਆ। ਔਰ ਉਦੋਂ ਜਦੋਂ ਅਸੀਂ 2 ਮਨ ਵਾਲੇ ਹੁੰਦੇ ਆ ਨਾ, 2 ਵਿਚਾਰ ਵਾਲੇ ਹੁੰਦੇ ਆ ਤੇ ਯਾਦ ਰੱਖਣਾ ਉਦੋਂ ਖੁਦਾ ਦੀ ਨਜ਼ਰ ਤੁਹਾਡੇ ਉੱਪਰ ਹੁੰਦੀ ਹੈ, ਤੁਹਾਡੀ ਸੋਚ ਕੀ ਆ। ਔਰ ਅਸੀਂ ਕਹਿੰਦੇ ਹਾਂ ਖੁਦਾ ਦੇ ਵਚਨ ਪੂਰੇ ਕਰਨੇ ਔਖੇ ਆ। ਮੈਂ ਕਹਿੰਦਾ ਸੌਖੇ ਕਦੀ ਕਰਕੇ ਤਾਂ ਦੇਖੋ। ਔਰ ਅੱਗੇ ਬਾਈਬਲ ਕੀ ਕਹਿੰਦਾ ਹੈ, ਪੜੋ ਮੇਰੇ ਨਾਲ, ਲਾਸਟ ਵਰਸ ਹੈ ਵਿਵਸਥਾ ਸਾਰ ਦਾ ਪੁਸਤਕ ਉਹਦਾ 3 ਨੰਬਰ ਅਧਿਆਇ। ਵਿਵਸਥਾ ਸਾਰ ਦਾ ਪੁਸਤਕ ਉਹਦਾ 3 ਨੰਬਰ ਅਧਿਆਇ ਉਹਦਾ 11 ਨੰਬਰ ਪੰਕਤੀ। ਹਾਂਜੀ 11 ਤੋਂ 20 ਤੱਕ ਪੜਨਾ, ਤੁਸੀਂ ਸੁਣੋ ਬੜੇ ਧਿਆਨ ਦੇ ਨਾਲ। ਬਹੁਤ ਅੱਛੀਆਂ ਗੱਲਾਂ ਲਿਖੀਆਂ ਉਹਨਾਂ ਚ ਪੜਿਆ ਬਸ। ਇਹ ਹੁਕਮ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਸਾਰਿਆਂ ਨੂੰ ਮਿਲ ਗਿਆ। ਵਿਵਸਥਾ ਸਾਰ ਦਾ ਪੁਸਤਕ ਉਹਦਾ 3 ਨੰਬਰ ਅਧਿਆਇ ਔਰ ਉਹਦਾ 11 ਨੰਬਰ ਪੰਕਤੀ ਤੋਂ ਅਸੀਂ 20 ਨੰਬਰ ਪੰਕਤੀ ਤੱਕ ਪੜਨਾ ਹੈ। ਹਾਂਜੀ ਇਹ ਹੁਕਮ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਇਹ ਮੂਸਾ ਦੇ ਦੁਆਰਾ ਗੱਲਾਂ ਲਿਖ ਦਿੱਤੀਆਂ ਗਈਆਂ ਆ ਔਰ ਅੱਜ ਤੁਹਾਡੇ ਮੇਰੇ ਤੱਕ ਪਹੁੰਚ ਗਈਆਂ ਆ। ਕਹਿੰਦੇ ਇਹ ਹੁਕਮ ਜਿਹੜਾ ਅੱਜ ਮੈਂ ਤੁਹਾਨੂੰ ਦਿੰਦਾ ਆ ਤੁਹਾਡੇ ਲਈ ਬਹੁਤਾ ਔਖਾ ਤਾਂ ਨਹੀਂ। ਤੇ ਅਸੀਂ ਕਹਿੰਦੇ ਔਖਾ ਆ ਤੇ ਅਸੀਂ ਅਗੇਂਸਟ ਚੱਲਦੇ ਆ। ਟ੍ਰੇਨ ਜਿਹੜੀ ਪਟੜੀ ਦੇ ਉੱਪਰ ਚੱਲ ਨਹੀਂ ਰਹੀ ਹੈ। ਕਿੰਨੇ ਮੇਰੀ ਗੱਲ ਨੂੰ ਸਮਝ ਪਾ ਰਹੇ? ਤੇ ਬਾਈਬਲ ਇੱਥੇ ਵੀ ਕਹਿੰਦਾ ਕਿ ਉਹਦੇ ਵਚਨ ਪੂਰੇ ਕਰਨੇ ਔਖੇ, ਇਹਦੇ ਲਈ ਔਖੇ ਆ। ਹਾਂ ਜਦੋਂ ਬਾਈਬਲ ਨਹੀਂ ਸੀਗਾ ਉਦੋਂ ਜ਼ੋਰ ਇਹੀ ਪਾਇਆ ਸੀ, ਪ੍ਰਭੂ ਮੈਨੂੰ ਬਾਈਬਲ ਦੇ ਤਾਂ ਮੈਂ ਰੋਜ਼ ਪੜੂੰਗਾ ਜਾਂ ਪੜੂੰਗੀ। ਤੇ ਜਦੋਂ ਮਿਲ ਗਈ ਉਹ ਕਹਿੰਦਾ ਪ੍ਰਭੂ ਬਾਲ ਦੇ ਤੋਂ ਘਟਾ ਨਹੀਂ ਝਾੜ ਸਕਦਾ। ਹਾਂ ਇਹਦੇ ਜਿਹੜੇ ਹੁਕਮ ਮੈਂ ਤੁਹਾਨੂੰ ਦੇ ਦਿੱਤੇ ਅੱਜ, ਇਹਨਾਂ ਨੂੰ ਪੂਰਾ ਕਰਨਾ ਔਖਾ, ਨਾ ਮੰਨਣ ਵਾਲੇ ਦੇ ਬਹਾਨੇ ਦੇਖਣਾ। ਹਾਂਜੀ ਪੜੋ ਜਰਾ। ਜਿਹੜਾ ਨਹੀਂ ਮੰਨ ਸਕਦਾ ਤੇ ਜਿਹੜਾ ਕਹਿੰਦਾ ਔਖਾ ਆ ਉਹਦੀਆਂ ਗੱਲਾਂ ਸੁਣੋ ਬਾਈਬਲ 'ਚ ਕੀ ਕਹਿੰਦਾ। ਹਾਂਜੀ ਨਾ ਹੀ ਤੁਹਾਡੇ ਤੋਂ ਦੂਰ ਹੈ, ਨਾ ਹੀ ਕਹਿੰਦਾ ਇਹ ਵਚਨ ਤੁਹਾਡੇ ਤੋਂ ਦੂਰ ਆ,
ਉਹ ਆਕਾਸ਼ ਉੱਤੇ ਤਾਂ ਨਹੀਂ ਕਹਿੰਦਾ ਉਹ ਆਕਾਸ਼ ਉੱਤੇ ਤਾਂ ਨਹੀਂ ਆ ਕਿ ਤੁਸੀਂ ਆਖੋ ਭਲਾ ਆਕਾਸ਼ ਉੱਤੇ ਸਾਡੇ ਲਈ ਕੌਣ ਚੜੇ ਕਿ ਤੁਸੀਂ ਆਖੋ ਭਲਾ ਆਕਾਸ਼ ਉੱਤੇ ਸਾਡੇ ਲਈ ਕੌਣ ਚੜੂਗਾ ਅਤੇ ਉਹਨੂੰ ਸਾਡੇ ਕੋਲ ਲਿਆਵੇ ਔਰ ਉਹਨੂੰ ਸਾਡੇ ਕੋਲ ਲਿਆਵੇ ਅਤੇ ਸਾਨੂੰ ਸੁਣਾਵੇ ਔਰ ਉਹ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ। ਬੋਲੋ ਹਾਲੇਲੂਇਆ ਹਾਲੇਲੂਇਆ। ਮੈਨੂੰ ਲੱਗਦਾ ਹੁਣ ਤੁਹਾਨੂੰ ਸਮਝ ਆਣੀ ਸ਼ੁਰੂ ਹੋਈ ਹੈ ਬਚਨ ਦੀ, तो मैं समझाने की कोशिश करता हूं। समझ आ रही है? आ रही है समझ? ना मनने वाले दे कोल बहाने बहुत है, ना पूरा करने वाले दे कोल बहाने बहुत है, और बहाने लाने वाला बंदा तरक्की नहीं कर सकता। ਉਹਨੂੰ ਮੈਂ ਬਾਈਬਲ ਦੀ ਲੈਂਗੁਏਜ ਦੇ ਵਿੱਚ ਆਲਸੀ ਕਹਾਂਗਾ, ਔਰ ਬਾਈਬਲ ਕਹਿੰਦਾ ਆਲਸੀ ਰੋਟੀ ਦੇ ਚੱਪੇ ਤੇ ਮੁਹਤਾਜ ਹੋ ਜਾਂਦਾ ਹੈ। ਹਾਲੇਲੂਇਆ। ਜਿਹੜਾ ਬਾਈਬਲ ਪੜ੍ਹ ਨਹੀਂ ਸਕਦਾ, ਜਿਹੜਾ ਦੁਆ ਕਰ ਨਹੀਂ ਸਕਦਾ, ਜਿਹੜਾ ਰੈਗੂਲਰ ਖੁਦਾ ਦੇ ਨਾਲ ਸੰਗਤ ਹੀ ਨਹੀਂ ਰੱਖ ਸਕਦਾ, ਮੈਂ ਬਾਈਬਲ ਦੇ ਵਿੱਚੋਂ ਸ਼ਬਦ ਲੈਂਦਾ ਆ ਕਿ ਉਹਦੇ ਲਈ ਉਹ ਆਲਸੀ ਆ। ਔਰ ਆਲਸੀ ਬੰਦਾ ਬਾਈਬਲ ਕਹਿੰਦਾ ਰੋਟੀ ਦੇ ਚੱਪੇ ਤੋਂ ਵੀ ਮੁਹਤਾਜ ਹੋ ਜਾਂਦਾ ਹੈ। और धर्मी बंदा ਵੱਡੀ ਬਲੇਸਿੰਗਸ ਨੂੰ ਲੈਣ ਦਾ ਹੱਕਦਾਰ ਹੁੰਦਾ। ਦਾਊਦ ਕਹਿੰਦਾ ਮੈਂ ਪਹਿਲਾਂ ਬੱਚਾ ਸੀ ਨਾ, ਮੈਂ ਜਵਾਨ ਹੋਇਆ ਕਹਿੰਦਾ ਹੁਣ ਮੈਂ ਬੁੱਢਾ ਵੀ ਹੋ ਗਿਆ, ਪਰ ਕਹਿੰਦਾ ਮੈਂ ਇੰਨੇ ਟਾਈਮ ਪੀਰੀਅਡ ਦੇ ਵਿੱਚ ਕਹਿੰਦਾ ਮੈਂ ਧਰਮੀ ਨੂੰ ਕਹਿੰਦਾ ਰੋਟੀ ਦੇ ਟੁਕੜੇ ਤੋਂ ਮੁਹਤਾਜ ਹੁੰਦਾ ਨਹੀਂ ਦੇਖਿਆ। ਬੋਲੋ ਹਾਲੇਲੂਇਆ ਹਾਲੇਲੂਇਆ। ਧਰਮੀ ਬੰਦੇ ਨੂੰ ਕਹਿੰਦਾ ਮੈਂ ਮੁਹਤਾਜ ਹੁੰਦੇ ਨਹੀਂ ਦੇਖਿਆ। कहता मैं बच्चा सी जवान होया और मैं बुढ़ा भी हो गया, पर कहता धर्मी बंदे को कहता मैं मुहताज होंदे नहीं देखा। और बाने देखो बंदे दे कोल ਉਹ ਕਹਿੰਦਾ ਆ ਕਿਉਂਕਿ ਉਦੋਂ ਪਾਣੀ ਦੁਰਲਭ ਸੀਗੀ, ਉਦੋਂ ਘੱਟ ਸੀਗੀ, ਅੱਜ ਤਾਂ ਬਹੁਤ ਸੌਖਾ ਹੋ ਗਿਆ ਨਾ। YouTube ਖੋਲੋ ਤੇ ਜਿੰਨਾ ਮਰਜ਼ੀ ਪ੍ਰਚਾਰ ਸੁਣ ਲਓ, ਭਾਵੇਂ ਸਾਰੀ ਦਿਹਾੜੀ ਸੁਣੀ ਚੱਲੋ, ਪਰ ਉਸ ਸਮੇਂ ਇੰਨਾ ਨਹੀਂ ਸੀਗਾ। ਔਰ ਉਦੋਂ ਫਿਰ ਕੀ ਹੁੰਦਾ ਸੀਗਾ ਦੇਖੋ, ਕਹਿੰਦਾ ਇਹ ਹੁਕਮ ਮੈਂ ਜਿਹੜੇ ਅੱਜ ਤੁਹਾਨੂੰ ਦਿੰਦਾ ਆ ਤੁਹਾਡੇ ਲਈ ਬਹੁਤੇ ਔਖੇ ਨਹੀਂ ਆ, ਨਾ ਹੀ ਕਹਿੰਦਾ ਤੁਹਾਡੇ ਤੋਂ ਦੂਰ ਆ। ਕਿ ਅੱਜ ਵਚਨ ਤੁਹਾਡੇ ਤੋਂ ਦੂਰ ਹੈ? ਬੋਲੋ। ਕਿ ਅੱਜ ਬਾਈਬਲ ਤੁਹਾਡੇ ਤੋਂ ਦੂਰ ਆ? ਬੋਲੋ। ਕਿ ਅੱਜ ਚਰਚ ਤੁਹਾਡੇ ਤੋਂ ਦੂਰ ਆ? ਕਿ ਅੱਜ ਯਿਸੂ ਮਸੀਹ ਤੁਹਾਡੇ ਤੋਂ ਦੂਰ ਆ? ਬੋਲੋ। ਤਾਂ ਫਿਰ ਅਸੀਂ ਕਿੱਦਾਂ ਕਹਿੰਦੇ ਨੇ ਵਚਨ ਪੂਰੇ ਕਰਨੇ ਔਖੇ ਆ? ਉਹ ਕਹਿੰਦਾ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਅੰਗ ਸੰਭਿਆ, ਫਿਰ ਕਿੱਦਾਂ ਕਹਿੰਦੇ ਨੇ ਵਚਨ ਪੂਰੇ ਕਰਨੇ ਔਖੇ? ਉਹ ਕਹਿੰਦਾ ਇੱਕ ਦੁੱਧ ਪਿਲਾਉਣ ਵਾਲੀ ਮਾਂ ਆਪਣੇ ਬੱਚੇ ਨੂੰ ਛੱਡ ਸਕਦੀ ਆ, ਪਰ ਮੈਂ ਤੇਰਾ ਪਰਮੇਸ਼ਰ ਨਾ ਤੈਨੂੰ ਕਦੀ ਛੱਡਾਂਗਾ ਤੇ ਨਾ ਕਦੀ ਤਿਆਗਾਂਗਾ। ਤੇ ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਵਚਨ ਪੂਰੇ ਕਰਨੇ ਹੋਣਗੇ? ਬੋਲੋ। ਉਹ ਕਹਿੰਦਾ ਮੈਨੂੰ ਦੇਖ ਕੇ ਪਰਖ ਕੇ ਦੇਖ ਮੈਂ ਕਿੱਦਾਂ ਕਾਸ਼ ਵਿੱਚ ਰੋਕੇ ਤੇ ਨਹੀਂ ਖੋਲਦਾ। ਫਿਰ ਅਸੀਂ ਕਿੱਦਾਂ ਕਹਿੰਦੇ ਅਸੀਂ ਬਲੈਸ ਨਹੀਂ ਹੋ ਸਕਦੇ? ਫਿਰ ਅਸੀਂ ਕਿੱਦਾਂ ਕਹਿੰਦੇ ਅਸੀਂ ਕਰਤੇ ਨਹੀਂ ਹੈਗੇ? ਫਿਰ ਅਸੀਂ ਕਿੱਦਾਂ ਕਹਿੰਦੇ ਅਸੀਂ ਗਰੀਬ ਹਾਂ? ਤੁਹਾਡੀ ਸੋਚ ਸਹੀ ਨਹੀਂ ਹੈ, ਤੁਹਾਡਾ ਵਿਸ਼ਵਾਸ ਸਹੀ ਨਹੀਂ ਹੈ। ਤੁਹਾਨੂੰ ਆਪਣੀ ਸੋਚ ਸਹੀ ਕਰਨ ਦੀ ਜ਼ਰੂਰਤ ਹੈ। ਇਹ ਵਚਨ ਤੁਹਾਡੇ ਕੋਲ ਆ, ਉਹਦੀ ਹਜ਼ੂਰੀ ਤੁਹਾਡੇ ਕੋਲ ਆ, ਉਹਦਾ ਪਵਿੱਤਰ ਆਤਮਾ ਤੁਹਾਡੇ ਕੋਲ ਆ। ਹਾਂਜੀ ਪੜੋ ਜ਼ਰਾ ਅੱਗੇ ਕੀ ਕਹਿੰਦਾ, ਕਹਿੰਦਾ ਨਾ ਹੀ ਤੁਹਾਡੇ ਤੋਂ ਦੂਰ ਆ, ਕਹਿੰਦਾ ਉਹ ਆਕਾਸ਼ ਉੱਤੇ ਤਾਂ ਨਹੀਂ ਆ ਵੀ ਤੁਸੀਂ ਆਖੋ ਵੀ ਆਕਾਸ਼ ਉੱਤੇ ਸਾਡੇ ਲਈ ਕੌਣ ਚੜੂਗਾ ਤੇ ਕੌਣ ਸਾਡੇ ਕੋਲ ਲਿਆਵੇ ਤੇ ਕੌਣ ਸਾਨੂੰ ਸੁਣਾਵੇ ਤਾਂ ਜੋ ਅਸੀਂ ਉਹਨੂੰ ਪੂਰਾ ਕਰੀਏ। ਹਾਂਜੀ ਨਾ ਹੀ ਉਹ ਸਮੁੰਦਰ ਪਾਰ ਹੈ, ਨਾ ਹੀ ਕਹਿੰਦਾ ਉਹ ਸਮੁੰਦਰ ਪਾਰ ਆ ਕਿ ਤੁਸੀਂ ਆਖੋ ਭਈ ਸਾਡੇ ਲਈ ਕੌਣ ਸਮੁੰਦਰ ਤੋਂ ਪਾਰ ਜਾਵੇ, ਵੀ ਤੁਸੀਂ ਆਖੋ ਵੀ ਸਾਡੇ ਲਈ ਕੌਣ ਸਮੁੰਦਰ ਤੋਂ ਪਾਰ ਜਾਵੇ ਅਤੇ ਉਸ ਨੂੰ ਸਾਡੇ ਲਈ ਲਿਆਵੇ ਔਰ ਉਹਨੂੰ ਸਾਡੇ ਕੋਲ ਲਿਆਵੇ ਅਤੇ ਸਾਨੂੰ ਸੁਣਾਵੇ ਔਰ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ। ਵੀ ਅਸੀਂ ਉਹਨੂੰ ਕੀ ਕਰੀਏ? ਪੂਰਾ ਕਰੀਏ। ਬੋਲੋ ਹਾਲੇਲੂਇਆ ਹਾਲੇਲੂਇਆ। ਕਿੰਨੇ ਨੂੰ ਸਮਝ ਲਾ ਕਰੀਏ? ਸਮਝ ਆ ਰਹੀ ਹੈ? ਓਕੇ ਹਾਂਜੀ ਕੰਟੀਨਿਊ ਕਰੀਏ ਜੀ। ਪਰ ਉਹ ਪਾਣੀ ਬਹੁਤ ਨੇੜੇ ਹੈ, ਪਰ ਉਹ ਪਾਣੀ ਜਿਹੜੀ ਬਹੁਤ ਨੇੜੇ ਆ, ਸਗੋਂ ਤੁਹਾਡੇ ਮੂੰਹ ਵਿੱਚ, ਸਗੋਂ ਤੁਹਾਡੇ ਮੂੰਹ ਦੇ ਵਿੱਚ ਆ, ਅਤੇ ਤੁਹਾਡੇ ਮਨ ਵਿੱਚ ਹੈ, ਸਗੋਂ ਤੁਹਾਡੇ ਦਿਲ ਦੇ ਵਿੱਚ ਆ, ਤਾਂ ਜੋ ਤੁਸੀਂ ਉਸ ਨੂੰ ਪੂਰਾ ਕਰੋ। ਸਾਰੀ ਕਲੀਸਿਆ ਬੋਲੇ ਹਾਲੇਲੂਇਆ ਹਾਲੇਲੂਇਆ। ਅੱਜ ਕਹਿੰਦੇ ਬਾਣੀ ਤੁਹਾਡੇ ਬਹੁਤ ਨੇੜੇ ਆ, ਸਗੋਂ ਤੁਹਾਡੇ ਮੂੰਹ ਦੇ ਵਿੱਚ ਆ, ਸਗੋਂ ਤੁਹਾਡੇ ਦਿਲ ਦੇ ਵਿੱਚ ਆ, ਤਾਂ ਜੋ ਤੁਸੀਂ ਉਹਨੂੰ ਕੀ ਕਰੋ? ਪੂਰਾ ਕਰੋ। ਬੋਲੋ ਹਾਲੇਲੂਇਆ। ਔਰ ਅਸੀਂ ਕਿੱਦਾਂ ਕਹਿੰਦੇ ਨੇ ਵਚਨ ਪੂਰੇ ਕਰਨੇ ਹੋ? ਕਿ ਉਹਦੇ ਔਖੇ ਆ ਵਚਨ ਪੂਰੇ ਕਰਨੇ ਕਿ ਸੌਖੇ ਆ? ਬੋਲੋ। ਮੈਂ ਹੁਣ ਐਂਡ ਤੇ ਪਹੁੰਚ ਗਿਆ। ਔਖੇ ਆ ਕਿ ਸੌਖੇ ਆ? ਹਾਂ ਆਦਮ ਮਾਸਟਰ ਦਾ ਬਲਟੀ ਮਰਵਾਉਣਾ ਹੈ ਪਲਟ ਦੇਣਾ ਸਾਰਾ ਕੁਝ ਚੇਂਜਸ। ਉਹਦੇ ਵਚਨ ਪੂਰੇ ਕਰਨੇ ਔਖੇ ਨਹੀਂ ਸੌਖੇ। ਜੇ ਤੁਸੀਂ 5-7 ਮਿੰਟ ਹੋਰ ਬੈਠ ਜਾਓ ਤਾਂ ਮੈਨੂੰ ਕੰਪਲੀਟ ਕਰ ਦੇ। ਹਾਂ ਬੋਲੋ ਹੈ ਕਿ ਹਿੰਮਤ? ਹਾਂਜੀ ਹਾਂ ਓਕੇ।
ਇੱਥੇ ਬੈਠੇ ਰਹਿਣਾ ਬੜੀਆ ਤੱਤੇ ਨਾਲ। ਹਾਂਜੀ ਕੰਟੀਨਿਊ ਕਰੋ ਜਰਾ, ਬੜੀਆਂ ਗੱਲਾਂ ਵਧੀਆ ਲਿਖੀਆਂ ਅੱਗੇ। ਹਾਂਜੀ ਵੇਖੋ ਮੈਂ ਅੱਜ ਤੁਹਾਡੇ ਸਾਹਮਣੇ ਕਹਿੰਦਾ ਵੇਖੋ ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਾਈ, ਜ਼ਿੰਦਗੀ ਔਰ ਭਲਾਈ, ਮੌਤ ਅਤੇ ਬੁਰਾਈ ਰੱਖ ਦਿੱਤੀ ਹੈ। ਮੌਤ ਅਤੇ ਬੁਰਾਈ ਰੱਖ ਦਿੱਤੀ ਰੱਖ ਹੈ। ਦਿੱਤੀ ਆ। ਔਖੇ ਆ ਕਿ ਸੌਖੇ ਆ? ਜਿਹੜਾ ਕਹਿੰਦਾ ਔਖੇ ਆ ਉਹਦੇ ਲਈ ਮੌਤ ਤੇ ਬੁਰਾਈ ਆ, ਤੇ ਜਿਹੜਾ ਕਹਿੰਦਾ ਸੌਖੇ ਆ ਉਹਦੇ ਲਈ ਜ਼ਿੰਦਗੀ ਤੇ ਭਲਾਈ ਆ। ਕਹਿੰਦਾ ਮੈਂ ਦੋਨੋਂ ਚੀਜ਼ਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਆ, ਡਿਸਾਈਡ ਕਰ ਲਓ ਕੀ ਕਰਨਾ। ਅੱਗੇ ਖੂਆ ਡਿੱਗਣਾ ਤਾਂ ਪਾਰ ਲੱਗਣਾ ਹੈ, ਡਿਸਾਈਡ ਤੁਸੀਂ ਕਰਨਾ ਹੈ। ਬੋਲੋ ਹਾਲੇਲੂਇਆ। ਹਾਂਜੀ ਪੜ੍ਹੀਏ ਜਰਾ। ਅਰਥਾਤ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹੋਵਾ ਆਪਣੇ ਪਰਮੇਸ਼ਰ ਨਾਲ ਪ੍ਰੇਮ ਰੱਖੋ, ਯਹੋਵਾ ਆਪਣੇ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖੋ, ਉਸ ਦੇ ਮਾਰਗਾਂ ਉੱਤੇ ਚੱਲੋ ਉਹਦੇ ਮਾਰਗਾਂ ਦੇ ਉੱਪਰ ਚੱਲੋ, ਅਤੇ ਉਸ ਦੇ ਹੁਕਮਾਂ ਵਿਧੀਆਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ, ਉਹਦੇ ਹੁਕਮਾਂ ਵਿਧੀਆਂ ਤੇ ਕਾਨੂੰਨਾਂ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜਿਉਂਦੇ ਰਹੋ। ਤਾਂ ਜੋ ਤੁਸੀਂ ਕੀ ਕਰੋ? ਜਿਉਂਦੇ ਰਹੋ। ਜਿਉਂਦੇ ਰਹਿਣਾ ਕਿ ਨਹੀਂ ਰਹਿਣਾ? ਇੱਥੇ ਨਹੀਂ ਮੈਂ ਸਵਰਗ ਦੀ ਗੱਲ ਕਰਦਾ, ਇੱਥੇ ਦਾ ਬੰਦਾ ਹੈ ਹੀ 60 ਸਾਲ ਤੱਕ ਦਾ ਹੀ ਆ। ਅੱਜ ਦਾ ਉਹ ਵੀ ਔਖਾ ਹੀ ਆ। ਹਾਂ 30-35 ਦੇ ਪੜਦਾ ਦਾ ਬੰਦਾ ਹੈ, ਪਤਾ ਨਹੀਂ ਲੱਗਦਾ ਤੇ ਕਿਸੇ ਦਾ ਸੁੱਤਾ ਹੀ ਰਹਿ ਜਾਂਦਾ। ਜਿਉਂਦੇ ਰਹਿਣਾ ਕਿ ਨਹੀਂ ਰਹਿਣਾ? ਹਾਂ ਬਾਈਬਲ ਕੀ ਕਹਿੰਦਾ ਆ? ਕਹਿੰਦਾ ਉਹਦੇ ਹੁਕਮਾਂ ਵਿਧੀਆਂ ਤੇ ਕਾਨੂੰਨਾਂ ਨੂੰ ਪੂਰਾ ਕਰ, ਤਾਂ ਤੂੰ ਜਿਉਂਦਾ ਰਹੇਗਾ। ਹਾਂਜੀ ਅਤੇ ਵਧੋ ਔਰ ਵਧੋ, ਅਤੇ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਉਸ ਧਰਤੀ ਉੱਤੇ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਦੇ ਉੱਤੇ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਬਰਕਤ ਦੇਵੇ। ਬੋਲੋ ਹਾਲੇਲੂਇਆ। ਅੱਜ ਅਸੀਂ ਕਿੱਥੇ ਜਾਣਾ ਕਬਜ਼ਾ ਕਰਨ? ਕਿੱਥੇ ਜਾਣਾ? ਜਮਨ ਕਿੱਥੇ ਜਾਣਾ? ਕਿੱਥੇ ਕਬਜ਼ਾ ਕਰਨਾ ਜਾ ਕੇ? ਜੀ ਸਵਰਗ ਦੇ ਵਿੱਚ ਜਾ ਕੇ ਕਬਜ਼ਾ ਕਰਨਾ ਹੈ। ਉੱਥੇ ਜਾ ਕੇ ਧੱਕੇ ਨਾਲ ਜਗ੍ਹਾ ਲੈਣੀ ਆ, ਉਦਾਂ ਨਹੀਂ ਮਿਲਣੀ। ਬਹੁਤ ਲੋਕੀ ਲੈਣ ਚ ਲੱਗੇ ਪਏ, ਕਿੰਨੇ ਮੇਰੀ ਗੱਲ ਨੂੰ ਸਮਝ ਪਾ ਰਹੇ ਆ। ਤੇ ਉਸ ਸਮੇਂ ਕਨਾਨ ਦੇਸ਼ ਸੀਗਾ। ਬਾਈਬਲ ਕਹਿੰਦਾ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਸੀਗੀਆਂ, ਕੋਈ ਦੁੱਖ ਤਕਲੀਫ ਕੋਈ ਪਰੇਸ਼ਾਨੀ ਨਹੀਂ ਸੀਗੀ। ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਨੇ ਵਾਅਦਾ ਦਿੱਤਾ ਸੀਗਾ ਕਿ ਤੁਸੀਂ ਜਾ ਕੇ ਉੱਥੇ ਕਬਜ਼ਾ ਕਰੋ। ਔਰ ਉੱਥੇ ਕਿਹੜੇ ਲੋਕਾਂ ਨੇ ਕਬਜ਼ਾ ਕਰਨਾ ਸੀਗਾ? ਬਾਈਬਲ ਕਹਿੰਦਾ ਜਿਹੜੇ ਉਹਦੇ ਹੁਕਮਾਂ ਵਿਧੀਆਂ ਤੇ ਕਾਨੂੰਨਾਂ ਨੂੰ ਪੂਰਾ ਕਰਦੇ ਸੀਗੇ, ਉਹ ਜਿਉਂਦੇ ਰਹਿਣਗੇ ਔਰ ਉੱਥੇ ਲੰਬੀ ਉਮਰ ਭੁਗਤਣਗੇ। ਹਾਲੇਲੂਇਆ। ਔਰ ਅੱਜ ਅਸੀਂ ਕੀ ਕਰਦੇ ਪਏ? ਉਹਦੇ ਬਚਨ ਪੂਰੇ ਕਰਨੇ ਔਖੇ ਲੱਗਦੇ, ਔਰ ਆਸ ਰੱਖੀ ਹੈ ਸਵਰਗ ਦੇ ਉੱਪਰ ਕਬਜ਼ਾ ਕਰਨ ਦੀ ਹੈ, ਮਾਫ ਕਰਨਾ। ਪਰ ਗੱਲ ਸੱਚੀ ਹੈ। ਔਰ ਸਾਡੀ ਸੋਚ ਕੀ ਆ? ਕਹਿੰਦਾ ਜਿਸ ਧਰਤੀ ਦੇ ਉੱਪਰ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਆ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਹਾਂਜੀ ਜੇ ਤੁਹਾਡਾ ਮਨ ਫਿਰ ਜਾਵੇ, ਜੇ ਤੁਹਾਡਾ ਮਨ ਫਿਰ ਜਾਵੇ। ਇੱਥੇ ਗੌਰ ਕਰਨ ਵਾਲੀ ਗੱਲ ਹੈ। ਜੇ ਕਹਿੰਦਾ ਤੁਹਾਡਾ ਮਨ ਫਿਰ ਜਾਵੇ, ਮਤਲਬ ਚੱਲਦੇ ਚੱਲਦੇ ਤੁਸੀਂ ਭਟਕ ਜਾਓ, ਖੜੇ ਖੜੇ ਤੁਸੀਂ ਡਿੱਗ ਜਾਓ, ਅਮੀਰ ਹੁੰਦੇ ਹੁੰਦੇ ਗਰੀਬ ਹੋ ਜਾਓ, ਤੇ ਫਿਰ ਕੀ ਹੋਣਾ? ਕਾਰਨ ਕੀ ਆਉਂਦਾ? ਕਿਉਂਕਿ ਔਖੇ ਲੱਗਦੇ, ਵਚਨ ਪੂਰੇ ਨਹੀਂ ਹੁੰਦੇ। ਹਾਂਜੀ ਅਤੇ ਤੁਸੀਂ ਨਾ ਸੁਣੋ। ਜੇ ਕਹਿੰਦਾ ਤੁਹਾਡਾ ਮਨ ਫਿਰ ਜਾਵੇ ਔਰ ਤੁਸੀਂ ਉਹਦੇ ਹੁਕਮਾਂ ਨੂੰ ਨਾ ਸੁਣੋ, ਪਰ ਤੁਸੀਂ ਇੱਕ ਪਾਸੇ ਵੱਲ ਹੱਕੇ ਜਾ ਕੇ ਇੱਕ ਪਾਸੇ ਵੱਲ ਹੋ ਕੇ ਜਾ ਕੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਦੇ ਫਿਰੋ, ਦੂਸਰੇ ਦੇਵਤਿਆਂ ਦੇ ਅੱਗੇ ਮੱਥਾ ਟੇਕਦੇ ਫਿਰੋ ਅਤੇ ਉਹਨਾਂ ਦੀ ਪੂਜਾ ਕਰੋ। ਉਹਨਾਂ ਦੀ ਪੂਜਾ ਕਰੋ। ਦੂਜੇ ਦੇਵਤੇ ਮਤਲਬ ਸਮਝਦੇ ਹੋ? ਅੱਜ ਜਿਹਦੀ ਅਸੀਂ ਗੁਲਾਮ ਹੈ, ਚਾਹੇ ਮੋਬਾਈਲ ਹੈ, ਚਾਹੇ ਟੀਵੀ ਹੈ, ਚਾਹੇ ਇਨਸਾਨ ਹੈ, ਚਾਹੇ ਯਾਰ ਦੋਸਤ ਹੈ, ਚਾਹੇ ਮਿੱਤਰ ਹੈ, ਜਿਹਨੂੰ ਅਸੀਂ ਜ਼ਿਆਦਾ ਸਮੇਂ ਦੇ ਰਹੇ ਹਾਂ, ਮਤਲਬ ਖੁਦਾ ਤੋਂ ਵੀ ਵੱਧ ਕੇ। ਮਤਲਬ ਜਦੋਂ ਪ੍ਰਾਰਥਨਾ ਦਾ ਟਾਈਮ ਆਉਂਦਾ, ਜਦੋਂ ਬਾਈਬਲ ਪੜ੍ਹਨ ਦਾ ਟਾਈਮ ਆਉਂਦਾ, ਉਦੋਂ એનર્ਜੀ ਤੁਹਾਡੇ ਅੰਦਰ ਰਹਿੰਦੀ ਨਹੀਂ ਆ। ਉਹ ਸਾਰੀ એનર્ਜੀ ਪਹਿਲੇ ਤੁਸੀਂ ਦਿਨਾਂ ਬਾਤਾਂ ਚੁਗਲੀਆਂ ਚਗੋਲੀਆਂ ਦੇ ਵਿੱਚ ਲਗਾ ਦਿੰਦੇ ਆ। ਇਹ ਆ ਦੂਜੇ ਦੇਵਤਿਆਂ ਦੀ ਗੁਲਾਮੀ, ਇਹ ਆ ਦੂਜੇ ਦੇਵਤਿਆਂ ਦੀ ਪੂਜਾ। ਚਾਹੇ ਮੋਬਾਈਲ ਫੋਨ ਹੈ, ਉਹਨਾਂ ਪੰਗੇ ਲੈਂਦੇ ਬੰਦਾ ਥੱਕਦਾ ਨਹੀਂ, ਨਾ ਅੱਖਾਂ ਦੁਖਦੀਆਂ ਆ। ਪਰ ਜਦੋਂ ਬਾਈਬਲ ਪੜ੍ਹੋ ਤੇ ਫਿਰ ਅੱਖਾਂ ਬੜੀਆਂ ਦੁਖਦੀਆਂ, ਪੜ੍ਹ ਨਹੀਂ ਹੁੰਦਾ ਨਾ, ਜ਼ੋਰ ਪੈਂਦਾ ਅੱਖਾਂ ਦੇ ਉੱਪਰ। ਫਿਰ ਕਹਿੰਦੇ ਆ ਕਿ ਖੁਦਾ ਦੇ ਵਚਨ ਪੂਰੇ ਕਰਨੇ ਔਖੇ। ਹਾਂਜੀ ਪੜ੍ਹੀਏ ਜਰਾ। ਕਹਿੰਦਾ ਜੇ ਤੁਸੀਂ ਫਿਰ ਜਾਓ, ਤੁਹਾਡਾ ਮਨ ਫਿਰ ਜਾਏ ਤੇ ਤੁਸੀਂ ਨਾ ਉਹਦੇ ਵਚਨਾਂ ਨੂੰ ਸੁਣੋ, ਇੱਕ ਪਾਸੇ ਵੱਲ ਹੱਕੇ ਜਾ ਕੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਦੇ ਫਿਰੋ ਔਰ ਉਹਨਾਂ ਦੀ ਪੂਜਾ ਕਰੋ, ਤਾਂ ਮੈਂ ਤੁਹਾਨੂੰ ਇਹ ਦੱਸ ਛੱਡਦਾ ਹਾਂ। ਕਹਿੰਦਾ ਅੱਜ ਮੈਂ ਤੁਹਾਨੂੰ ਦੱਸ ਛੱਡਦਾ ਆ ਭਾਈ ਤੁਸੀਂ ਜ਼ਰੂਰ ਹੀ ਨਾਸ ਹੋ ਜਾਓਗੇ। ਭਾਈ ਤੁਸੀਂ ਜ਼ਰੂਰ ਕਹਿੰਦਾ ਨਾਸ਼ ਹੋਵੋਗੇ। ਤੁਸੀਂ ਆਪਣੇ ਦਿਨ ਉਸ ਧਰਤੀ ਉੱਤੇ ਲੰਮੇ ਨਾ ਕਰੋਗੇ। ਹਾਂਜੀ ਜਿੱਥੇ ਤੁਸੀਂ ਜਰਦਨੋਂ ਪਾਰ ਬੰਨ ਕੇ ਕਬਜ਼ਾ ਕਰਨ ਲਈ ਜਾਂਦੇ ਹੋ। ਜਿੱਥੇ ਤੁਸੀਂ ਕਹਿੰਦਾ ਕਬਜ਼ਾ ਕਰਨ ਦੇ ਲਈ ਜਾ ਰਹੇ ਆ,
ਤੁਹਾਡੀ ਉਮਰ ਲੰਬੀ ਨਹੀਂ ਹੋਣੀ ਹੈ ਉੱਥੇ। ਹਾਂਜੀ, ਮੈਂ ਅੱਜੋਂ ਤੁਹਾਡੇ ਵਿਰੁੱਧ ਆਕਾਸ਼ ਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਕਹਿੰਦਾ ਅੱਜ ਮੈਂ ਤੁਹਾਡੇ ਅੱਗੇ ਆਕਾਸ਼ ਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਕਿ ਤੁਹਾਡੇ ਅੱਗੇ ਜੀਵਨ ਤੇ ਮੌਤ, ਬਰਕਤ ਤੇ ਸਰਾਪ ਰੱਖਿਆ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਕੀ ਚਾਹੀਦਾ, ਕੀ ਚਾਹੀਦਾ, ਹਾਂ ਕੀ ਚਾਹੀਦਾ ਹੈ? ਮੈਂ ਕਿਸੇ ਤੋਂ ਸੁਣਨਾ ਚਾਹੁੰਦਾ, ਕਿੰਨੇ ਕਹਿੰਦੇ ਬਰਕਤ ਚਾਹੀਦੀ, ਹੱਥ ਖੜਾ ਕਰੋ ਜ਼ਰਾ। ਹਾਂ ਕਿੱਦਾਂ ਚਾਹੀਦੀ? ਬਰਕਤ ਚਾਹੀਦੀ ਕਿ ਸ਼ਰਾਬ ਚਾਹੀਦੀ ਆ? ਤਾਂ ਸ਼ਰਾਬ ਚਾਹੀਦੀ ਆ। ਕੀ ਚਾਹੀਦਾ? ਬਰਕਤ ਚਾਹੀਦੀ ਆ। ਤੇ ਕਿੱਦਾਂ ਮਿਲਣੀ ਆ? ਪੜਿਆ ਉੱਪਰ, ਪੜਿਆ ਉੱਪਰ ਕਿੱਦਾਂ ਮਿਲਣੀ ਆ? ਉਹਦੇ ਹੁਕਮਾਂ ਨੂੰ, ਵਿਧੀਆਂ ਨੂੰ, ਕਾਨੂੰਨਾਂ ਨੂੰ ਪੂਰਾ ਕਰਨਾ ਪੈਣਾ ਔਰ ਕਹਿਣਾ ਪੈਣਾ ਖੁਦਾ ਦੇ ਵਚਨ ਪੂਰੇ ਕਰਨੇ ਸੌਖੇ ਔਖੇ ਨਹੀਂ ਹੈ। ਜੋ ਲਿਖਿਆ ਆ ਬਾਈਬਲ ਦੇ ਵਿੱਚ ਉਹਨੂੰ ਪੂਰਾ ਕਰਨਾ ਪੈਣਾ ਹੈ। ਤਾਂ ਬਰਕਤ ਲੈਣ ਦੇ ਹੱਕਦਾਰ ਆ, ਤਾਂ ਤੁਹਾਨੂੰ ਜਿਹੜਾ ਇਟਰਨਲ ਲਾਈਫ ਮਿਲਣੀ ਹੈ, ਤੁਹਾਨੂੰ ਸਦੀਕੋਂ ਜ਼ਿੰਦਗੀ ਮਿਲਣੀ ਆ, ਤਾਂ ਤੁਸੀਂ ਸਵਰਗ ਦੇ ਵਿੱਚ ਕਬਜ਼ਾ ਕਰਨ ਵਾਲੇ ਬਣਨਾ। ਯਿਸੂ ਮਸੀਹ ਕਹਿੰਦੇ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ ਜਾ ਰਿਹਾ ਹਾਂ, ਆਉਂਗਾ ਮੈਂ ਤੁਹਾਨੂੰ ਲੈਣ। ਹਾਂ ਔਰ ਜਿਹੜੇ ਕਹਿੰਦੇ ਖੁਦਾ ਦੇ ਵਚਨ ਪੂਰੇ ਕਰਨੇ ਸੌਖੇ ਆ, ਉਹ ਨਾਲ ਜਾਣਗੇ। ਜਿਹੜੇ ਕਰਦੇ ਵੀ ਪਏ ਆ ਉਹ ਜਾਣਗੇ, ਪਹਿਲੇ ਕਹਿਣ ਵਾਲੇ ਨਹੀਂ, ਜਿਹੜੇ ਪ੍ਰੈਕਟੀਕਲ ਕਰਦੇ ਆ। ਹਾਲੇਲੂਇਆ। ਜਿਹੜੇ ਦੁੱਖ ਦੇ ਵੱਲ ਧਿਆਨ ਨਹੀਂ ਦਿੰਦੇ, ਯਿਸੂ ਮਸੀਹ ਦੇ ਵੱਲ ਧਿਆਨ, ਜਿਹੜੇ ਬਿਮਾਰੀ ਵੱਲ ਧਿਆਨ ਨਹੀਂ ਦਿੰਦੇ, ਯਿਸੂ ਮਸੀਹ ਦੇ ਵੱਲ ਧਿਆਨ, ਉਹਨਾਂ ਦੇ ਯਿਸੂ ਮਸੀਹ ਨੇ ਆਉਣਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਦਾ ਕਲਾਮ ਦੇ ਦੁਆਰਾ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਆइए अपनी ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਜਲਦੀ ਮੈਂ ਤੁਹਾਡੇ ਲਈ ਦੁਆ ਮੰਗਦੇ ਹਾਂ। Thank you, Father. Thank you, Lord. Thank you, Jesus. पिता पुत्र पवित्र आत्मा के नाम से अपने घुटने आ जाओ सब। खुदा दे वचन दा आदर करके जो ਤੁਹਾਨੂੰ ਮਿਲਿਆ ਆ, ਜੋ ਤੁਸੀਂ ਸੁਣਿਆ ਆ, ਜੋ ਤੁਸੀਂ ਗ੍ਰਹਿਣ ਕੀਤਾ ਆ, ਖੁਦਾਵੰਦ ਦਾ ਸ਼ੁਕਰ ਅਦਾ ਕਰਨਾ। Thank you, Father. Thank you, Lord Jesus. ਧੰਨਵਾਦ ਜੀ। ਜਿਨ੍ਹਾਂ ਨੇ ਖਾਣੇ ਦਾ ਇੰਤਜ਼ਾਮ ਕਰਨਾ ਉਹ ਕਰ ਸਕਦੇ ਆ, ਖਾਣੇ ਦਾ ਇੰਤਜ਼ਾਮ ਕਰੋ ਤੁਸੀਂ ਸਾਰਿਆਂ ਦੇ ਲਈ। ਬਾਕੀ ਸਭ ਦੁਆ ਮੰਗੀ ਅੱਜ ਦੇ ਵਚਨ ਦਾ ਆਨਰ ਕਰੀਏ, ਆਦਰ ਕਰੀਏ ਖੁਦਾਵੰਦ ਦੇ ਵਚਨ ਦਾ ਜੋ ਤੁਸੀਂ ਸੁਣਿਆ ਹੈ, ਸਮਝਿਆ ਹੈ, ਪਰਮੇਸ਼ਰ ਬਾਲ ਦਾ ਵੀ ਉਹਦੇ ਅਨੁਸਾਰ ਚੱਲਣ ਦੇ ਲਈ। ਧੰਨਵਾਦ ਮੇਰੇ ਪਰਮੇਸ਼ਵਰ। ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਬਹੁਤ ਹੀ ਆਦਰਯੋਗ ਸਮੇਂ ਦੇ ਲਈ, ਜਿਹਦੇ ਵਿੱਚ ਤੁਸੀਂ ਸਾਨੂੰ ਪ੍ਰਾਰਥਨਾ ਕਰਨ ਦਾ ਬਲ ਦਿੱਤਾ, ਵਚਨ ਸੁਣਨ ਸੁਣਾਉਣ ਦਾ ਤੇ ਉਹਨੂੰ ਪੂਰਾ ਕਰਨ ਦਾ ਬਲ ਬਖਸ਼ਿਆ। ਤੁਹਾਡਾ ਧੰਨਵਾਦ ਕਰਦਾ ਜੇ ਤੁਹਾਡੇ ਬੱਚਿਆਂ ਨੇ ਜੋ ਗੁਲਾਮ ਦੀਆਂ ਗੱਲਾਂ ਸੁਣੀਆਂ, ਕਹਿਣ ਵਾਲੇ ਬਣ ਜਾਣ ਕਿ ਹਾਂ ਪ੍ਰਭੂ ਤੁਹਾਡੇ ਵਚਨਾਂ ਨੂੰ ਪੂਰਾ ਕਰਨਾ ਸੌਖਾ ਹੈ ਮੇਰੇ ਪ੍ਰਭੂ, ਮੈਂ ਕਰ ਸਕਦਾ ਹਾਂ ਮੇਰੇ ਪ੍ਰਭੂ ਜੀ। ਹੁਣ ਦਿਓ ਮੇਰੇ ਖੁਦਾਵੰਦ ਤੁਹਾਡੀ ਵੱਡੀ ਦਇਆ ਤੁਹਾਡੇ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਬੜੀ ਧੰਨਵਾਦ ਕਰਦੇ ਨੇ। ਬੜੇ ਅਦਬ ਦੇ ਨਾਲ ਸਿਰ ਝੁਕਾ ਕੇ ਵਿਰਾਜਮਾਨ ਨੇ ਬੜੀ ਆਸ਼ੀਸ਼ ਤੇ ਬੜੀ ਬਰਕਤ ਨੂੰ ਪ੍ਰਾਪਤ ਕਰਨ ਮੇਰੇ ਪ੍ਰਭੂ ਜੀ। ਤੁਹਾਡਾ ਨਾਮ ਸਾਡੇ ਸਾਰਿਆਂ ਦੀ ਜ਼ਿੰਦਗੀ ਤੋਂ ਜ਼ਲਾਲ ਪਾਵੇ ਮੇਰੇ ਪ੍ਰਭੂ। ਸਿਹਤ ਤੇ ਤੰਦਰੁਸਤੀ ਬਖਸ਼ੋ ਖੁਦਾਵੰਦ, ਜਿੰਨਿਆਂ ਨੂੰ ਤੁਸੀਂ ਸ਼ਿਫਾ ਦਿੱਤੀ ਹੈ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਮੇਰੇ ਪ੍ਰਭੂ। ਤੁਹਾਡੀ ਵਡਿਆਈ ਹੋਵੇ ਪ੍ਰਭੂ, ਤੁਹਾਡਾ ਨਾਮ ਮੁਬਾਰਕ ਹੋਵੇ ਮੇਰੇ ਪਰਮੇਸ਼ਵਰ ਪਿਤਾ। ਮੈਂ ਯਿਸੂ ਦੇ ਜ਼ਿੰਦਾ ਨਾਮ ਚ ਤੁਹਾਡੇ ਬੱਚਿਆਂ ਨੂੰ ਆਸ਼ੀਸ਼ ਤੇ ਬਰਕਤ ਦਿੰਦਾ ਮੇਰੇ ਪ੍ਰਭੂ। ਸਿਹਤ ਤੰਦਰੁਸਤੀ ਦੇਣਾ ਹੈ ਮੇਰੇ ਪਰਮੇਸ਼ਵਰ ਪਿਤਾ, ਔਰ ਅੱਜ ਦੇ ਵਚਨ ਦੇ ਅਨੁਸਾਰ ਚੱਲਣ ਦਾ ਵੱਡਾ ਬਲ ਬਖਸ਼ੋ। ਅੱਜ ਦੇ ਵਚਨ ਦਾ ਬੀਜ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਟਿਕੇ ਤੇ 100 ਦਾ 100 ਗੁਣਾ ਫਲ ਲਾਏਗਾ। ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਪ੍ਰਭੂ। ਜਿਸ ਤਰ੍ਹਾਂ ਸੇ ਸਲਾਮਤ ਲੈ ਕੇ ਆਏ ਹਾਂ, ਵਾਪਸ ਜਾਣ ਚ ਬੜੀ ਮਦਦ ਔਰ ਸਹਾਇਤਾ ਕਰਨਾ। ਤੁਹਾਡਾ ਨਾਮ ਸਾਰਿਆਂ ਦੀ ਜ਼ਿੰਦਗੀ ਮਹਿਮਾ ਪਾਵੇ ਮੇਰੇ ਪ੍ਰਭੂ, ਔਰ ਸ਼ੁਕਰ ਕਰਦੇ ਹਾਂ ਮੇਰੇ ਪਰਮੇਸ਼ਵਰ ਪਿਤਾ ਜੋ ਤੁਹਾਡੇ ਲੋਕ ਆਪਣੀ ਨੇਕ ਕਮਾਈ ਦੇ ਵਿੱਚ ਦਾਨ ਦਸਮੰਦ ਲੈ ਕੇ ਆਏ ਇਹਨੂੰ ਕਬੂਲ ਕਰਨਾ ਪ੍ਰਭੂ। ਇਹਨਾਂ ਦੇ ਹੱਥਾਂ ਦੀ ਕਮਾਈ ਦੇ ਉੱਪਰ ਤੁਹਾਡੀ ਆਸ਼ੀਸ਼ ਔਰ ਬਰਕਤ ਚਾਹੁੰਦਾ ਮੇਰੇ ਪ੍ਰਭੂ ਜੀ, ਔਰ ਤੁਹਾਡੀ ਵੱਡੀ ਦਇਆ ਦ੍ਰਿਸ਼ਟੀ ਇਹਨਾਂ ਦੀ ਜ਼ਿੰਦਗੀ ਦੇ ਉੱਪਰ ਹੋ ਜਾਵੇ। ਕਾਰੋਬਾਰ ਕਰਨ ਵਾਲੇ ਬੰਦਿਆਂ ਦੇ ਉੱਪਰ, ਬੱਚਿਆਂ ਦੇ ਉੱਪਰ ਆਸ਼ੀਸ਼ ਔਰ ਬਰਕਤ, ਉਹਨਾਂ ਦੇ ਕਾਰੋਬਾਰ ਦੇ ਵਿੱਚ ਤਰੱਕੀ ਚਾਹੁੰਦਾ ਮੇਰੇ ਪਰਮੇਸ਼ਵਰ ਪਿਤਾ। ਤੁਹਾਡੀ ਦਇਆ ਦ੍ਰਿਸ਼ਟੀ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਉੱਪਰ ਬੜੀ, ਸਟੱਡੀ ਕਰਨ ਵਾਲੇ ਬੱਚਿਆਂ ਦੇ ਸਟੱਡੀ 'ਚ ਹੈਲਪ ਕਰਨਾ ਮੇਰੇ ਪ੍ਰਭੂ। ਅੱਛੀ ਅਕਲ ਬੁੱਧ ਗਿਆਨ ਦਾ ਬਖਸ਼ਣਾ ਪ੍ਰਭੂ ਜੀ। ਤੁਹਾਡਾ ਧੰਨਵਾਦ ਕਰਦੇ ਸਾਰੀ ਗੱਲਾਂ ਬਾਤਾਂ ਦੇ ਆਨਲਾਈਨ ਵਿਊਅਰਸ ਤੇਰੀ ਪ੍ਰਾਰਥਨਾ ਪ੍ਰਭੂ ਜਿਨ੍ਹਾਂ ਨੇ ਆਨਲਾਈਨ ਮੀਟਿੰਗ ਨੂੰ ਅਟੈਂਡ ਕੀਤਾ ਹੈ, ਬੜੀ ਆਸ਼ੀਸ਼ ਔਰ ਬੜੀ ਬਰਕਤ ਨੂੰ ਪ੍ਰਾਪਤ ਕੀਤੀ। ਸਾਡਾ ਵਿਸ਼ਵਾਸ ਹੈ ਪ੍ਰਭੂ, ਬਿਮਾਰਾਂ ਨੇ ਚੰਗਾਈ ਨੂੰ ਪ੍ਰਾਪਤ ਕੀਤਾ, ਸਾਡਾ ਵਿਸ਼ਵਾਸ ਹੈ ਮੇਰੇ ਪ੍ਰਭੂ ਜੀ। ਔਰ ਵਚਨ ਦੇ ਦੁਆਰਾ ਤਸੱਲੀ ਨੂੰ ਹਾਸਲ ਕੀਤਾ ਪ੍ਰਭੂ, ਕੁਝ ਸਿੱਖਿਆ ਆ ਮੇਰੇ ਪ੍ਰਭੂ, ਔਰ ਤਰੱਕੀ ਦੇ ਖੁਦਾਵੰਦ ਸੀਕ੍ਰੇਟ ਸਿੱਖਿਆ ਮੇਰੇ ਪ੍ਰਭੂ। ਮੈਂ ਤੁਹਾਡਾ ਧੰਨਵਾਦ ਕਰਦਾ ਸਾਰੀ ਗੱਲਾਂ ਬਾਤਾਂ
वर्शिप टीम ਨੂੰ ਮੈਜੀਸ਼ੀਅਨਸ ਨੂੰ ਸਭ ਨੂੰ ਤੁਹਾਡੇ ਹੱਥਾਂ 'ਚ ਦੇ ਦੇਣਾ ਕੌਣ ਪਸੰਦ ਵਾਲੇ ਬੱਚੇ ਆਸ਼ੀਸ਼ ਪ੍ਰਾਪਤ ਕਰ ਏਕਤਾ ਦੇ ਵਿੱਚ ਬਣੇ ਰਹਿਣ ਸ਼ੈਤਾਨ ਇਹਨਾਂ ਨੂੰ ਜੁਦਾ ਨਾ ਕਰਕੇ ਪਾਏ ਮੈਂ ਪਵਿੱਤਰ ਆਤਮਾ ਨੂੰ ਚਾਹੁੰਦਾ ਇਹਨਾਂ ਦੀ ਜ਼ਿੰਦਗੀਆਂ ਦੇ ਉੱਪਰ ਅਧਿਕਾਰ ਰੱਖੇ ਮੇਰੇ ਧੰਨਵਾਦ ਕਰਦੇ ਸਾਰੀ ਗੱਲਾਂ ਬਾਤਾਂ ਪਰ ਆਪ ਤੁਸੀਂ ਸੁਣ ਲਿਆ ਤੁਹਾਡਾ ਧੰਨਵਾਦ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਜ਼ਿੰਦਾ ਨਾਮ ਚ ਹੋ ਕੇ ਮੰਗਦੇ ਆਮੀਨ ਸਾਡੇ ਪਿਤਾ ਦਾ ਪਿਆਰ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਔਰ ਪਵਿੱਤਰ ਆਤਮਾ ਦੀ ਸੰਗਤ ਸਾਡੇ ਸਾਰਿਆਂ ਦੇ ਨਾਲ ਪ੍ਰਭੂ ਦੇ तमाम ਮਸੀਹ ਮੁਕੱਦਸ ਲੋਕਾਂ ਦੇ ਨਾਲ ਹੁਣ ਤੋਂ ਲੈ ਕੇ ਪ੍ਰਭੂ ਦੀ ਦੂਸਰੀ ਆਮਦ ਤੱਕ ਹੁੰਦੀ ਰਹੇ ਆਮੀਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਯਿਸੂ ਮਸੀਹ ਦੇ ਸੱਚਾ ਜ਼ਿੰਦਾ ਤੇ ਸ਼ਕਤੀਸ਼ਾਲੀ ਨਾਮ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਆਮੀਨ ਗॉड ब्लेस खुदा आपको सारे बहुत आशीष और बरकत देवे